ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠੇ ਸ਼੍ਰੀ ਗੁਰੂ ਰਾਮਸਰ ਬੰਨੋ ਆਨਿਓ ਗ੍ਰੰਥ। ਤਹਾਂ ਮਹਾਤਮ ਏਕਯੋ ਦੀਨ ਸੀਕ ਨਿਜ ਪੰਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मान ते सत्कारयोग गुरु की साजी और नवाजी हुई। गुरु का खास रूप गुरु खालसा साध संगत जीओ वड्डियां पां वाले हो। नौवें गुरुदेव वैराग त्याग अनुराग दी मूरत। तेग बहादुर सिमरिया करनो निदयावै तहाए सब थाई होए सहाय। ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਤੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਔਰ ਸਕਾਰਥਾ ਕਰ ਰਹੇ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਾਨ ਪਰਉਪਕਾਰ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸੰਪਾਦਨ ਕੀਤਾ। ਜਿਸ ਵੇਲੇ ਸਰੂਪ ਤਿਆਰ ਹੋ ਗਿਆ, ਗੁਰੂ ਘਰ ਦੇ ਇੱਕ ਸੇਵਕ ਭਾਈ ਬੰਨੋ ਜੀ ਗੁਰੂ ਚਰਨਾਂ 'ਚ ਹਾਜ਼ਰ ਹੋਏ। ਬੇਨਤੀ ਕੀਤੀ, ਸਤਿਗੁਰੂ ਇਸ ਪਾਵਨ ਸਰੂਪ ਦੇ ਦਰਸ਼ਨ ਅਸੀਂ ਆਪਣੇ ਨਗਰ 'ਚ ਸੰਗਤ ਨੂੰ ਕਰਾਉਣਾ ਚਾਹੁੰਦੇ ਹਾਂ। ਗੁਰਦੇਵ ਨੇ ਬਚਨ ਕੀਤਾ, ਭਾਈ ਬੰਨੋ ਇੱਕ ਰਾਤ ਹੀ ਕੇਵਲ ਨਗਰ 'ਚ ਰੱਖਣਾ, ਨਾਲੇ ਜਿਲਦ ਬਣਾ ਕੇ ਲਿਆਉਣੀ ਹੈ। ਤੋ ਭਾਈ ਸਾਹਿਬ ਜੀ ਜਦੋਂ ਲੈ ਕੇ ਟੁਰੇ, ਰਸਤੇ ਵਿੱਚ ਹੀ ਮਜਲ ਕਰਦੇ ਜਾਂਦੇ ਨੇ, ਥੋੜਾ ਥੋੜਾ ਪੈਂਡਾ ਤੈਅ ਕਰਦੇ, ਲਿਖਾਰੀ ਲਾ ਕੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਉਤਾਰਾ ਭਾਈ ਬੰਨੋ ਜੀ ਨੇ ਕਰਵਾਇਆ। ਭਾਈ ਬੰਨੋ ਜੀ ਦੀਆਂ ਜਿਹੜੀਆਂ ਉਹਨਾਂ ਵੱਲੋਂ ਲਿਖਾਈਆਂ ਬੀੜਾਂ ਸਨ, ਉਹ ਜ਼ਿਆਦਾ ਉਹਨਾਂ ਦਾ ਪ੍ਰਚਾਰ ਹੋਇਆ। ਉਹਦਾ ਕਾਰਨ ਕੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੁੰਦਾ ਰਿਹਾ। ਫਿਰ ਮੁੜ ਕੇ ਉਹੀ ਪਾਵਨ ਸਰੂਪ ਬਾਬਾ ਧੀਰਮਲ ਜੀ ਕੋਲ ਚਲਾ ਗਿਆ। ਇਸ ਕਰਕੇ ਜਿਹੜਾ ਜ਼ਿਆਦਾ ਪ੍ਰਚਾਰ ਹੋਇਆ ਜਿਨ੍ਹਾਂ ਬੀੜਾਂ ਦਾ, ਉਹ ਭਾਈ ਬੰਨੋ ਜੀ ਵਾਲੀਆਂ ਜਿਹੜੀਆਂ ਬੀੜਾਂ ਨੇ ਉਹਨਾਂ ਦੇ ਉਤਾਰੇ ਵੱਧ ਹੋਏ। ਤੋ ਗੁਰਦੇਵ ਦੇ ਪਾਸ ਭਾਈ ਬੰਨੋ ਜੀ ਦੋਵੇਂ ਸਰੂਪ ਲਿਆ ਕੇ ਹਾਜ਼ਰ ਕੀਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਬਿਰਾਜਮਾਨ ਸਨ। ਗੁਰਦੇਵ ਮਹਾਨ ਕਿਰਪਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠੀ ਸ਼੍ਰੀ ਗੁਰ ਰਾਮਸਰ ਬੰਨੋ ਆਨਿਓ ਗ੍ਰੰਥ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਬੈਠੇ ਸਨ। ਜਦੋਂ ਭਾਈ ਬੰਨੋ ਜੀ ਦੋਵੇਂ ਬੀੜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਲੈ ਕੇ ਗੁਰੂ ਚਰਨਾਂ ਚ ਆਏ ਹਨ। ਤਹਾਂ ਮਹਾਤਮ ਏਕਯੋ ਦੀਨ ਸੀਕ ਨਿਜ ਪੰਥ। ਆਪਣੇ ਪੰਥ ਨੂੰ ਸਿੱਖਿਆ ਦੇਣ ਵਾਸਤੇ, ਆਪਣੇ ਪੰਥ ਨੂੰ ਸੁਸ਼ਿਕਸ਼ਿਤ ਕਰਨ ਵਾਸਤੇ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਸ ਵਕਤ ਇਸ ਸਥਾਨ ਤੇ ਬੈਠ ਕੇ ਸਿੱਖਿਆ ਦਿੱਤੀ ਹੈ। ਚੌਪਈ ਤਿਆਰ ਪਇਓ ਜਬ ਜਿਲਤ ਬੰਦਾਈ। ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਹੋ ਗਏ, ਜਿਲਦ ਬੰਨੀ ਗਈ। ਬੁੱਢੇ ਸੋ ਗੁਰ ਗਿਰਾ ਅਲਾਈ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੇ ਮਹਾਨ ਸੇਵਕ ਨੇ। ਜਿਵੇਂ ਕਿਸੇ ਚੱਕਰਵਰਤੀ ਰਾਜੇ ਦੇ ਅੱਗੇ ਉਹਨਾਂ ਦਾ ਵਜ਼ੀਰ ਅਹਿਲਕਾਰ ਹੁੰਦਾ ਹੈ, ਏਦਾਂ ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਗੁਰਦੇਵ ਦੇ ਵਜ਼ੀਰ ਹਨ। ਬਾਬਾ ਬੁੱਢਾ ਸਾਹਿਬ ਜੀ ਨਾਲ ਮਹਾਰਾਜ ਜੀ ਬਚਨ ਕਰਨ ਲੱਗੇ, ਕਹਿਣ ਲੱਗੇ ਕਹੋ ਗ੍ਰੰਥ ਸਾਹਿਬ ਕਿਸ ਥਾਨਾ। ਬਾਬਾ ਜੀ ਤੁਸੀਂ ਗੁਰੂ ਘਰ ਦੇ ਮਹਾਨ ਵੱਡੇ ਸੇਵਕ ਹੋ, ਸਲਾਹ ਦਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਇਹ ਪਾਵਨ ਸਰੂਪ ਤਿਆਰ ਹੋਇਆ ਹੈ, ਇਹਦਾ ਪ੍ਰਕਾਸ਼ ਕਿਸ ਅਸਥਾਨ ਤੇ ਕਰੀਏ। ਕਿਉਂਕਿ ਬਾਬਾ ਜੀ ਗੁਰੂ ਘਰ ਦੇ ਸਲਾਹਕਾਰ ਨੇ। ਸਭ ਤੋਂ ਪਹਿਲੀ ਸਲਾਹ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਗੁਰਦੇਵ ਲੈਂਦੇ। ਜਦੋਂ ਵੀ ਕੋਈ ਕਾਰਜ ਕਰਦੇ ਪੁੱਛਦੇ ਨੇ, ਬਾਬਾ ਜੀ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਾਵਨ ਸਰੂਪ ਕਿਸ ਸਥਾਨ ਤੇ ਸ਼ੋਭਨੀਕ ਹੋਵੇ। ਨਿਤ ਸ਼ੋਭੀ ਜੈ ਮੈਦ ਮਹਾਨਾ। ਜਿੱਥੇ ਨਿਤਾ ਪ੍ਰਤੀ ਇਸ ਪਾਵਨ ਸਰੂਪ ਦਾ ਪ੍ਰਕਾਸ਼ ਹੋਵੇ, ਇਹ ਪਾਵਨ ਸਰੂਪ ਸ਼ੋਭਨੀਕ ਹੋਵੇ ਔਰ ਇਹਦਾ ਮਹਾਨ ਪ੍ਰਤਾਪ ਸਾਰੇ ਜਗਤ ਵਿੱਚ ਉਜਾਗਰ ਹੋਵੇ। ਹੱਥ ਜੋਰ ਤਿਨ ਤਬੀ ਬਖਾਨੋ। ਜਦੋਂ ਪੰਚਮ ਪਾਤਸ਼ਾਹ ਜੀ ਨੇ ਇਉਂ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਪੁੱਛਿਆ, ਸੁਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਗੁਰ ਤੁਮ ਤੇ ਕੌਣ ਸਿਆਨੋ। ਮਹਾਰਾਜ ਤੁਹਾਨੂੰ ਉਹ ਦੱਸੇ ਜਿਹੜਾ ਤੁਹਾਡੇ ਤੋਂ ਵੱਧ ਸਿਆਣਾ ਹੋਵੇ। ਮਹਾਰਾਜ ਤੁਹਾਡੇ ਤੋਂ ਵੱਧ ਸਿਆਣਾ ਕੌਣ ਹੋ ਸਕਦਾ। ਆਪ ਜੀ ਤਾਂ ਇਉਂ ਸਾਡੇ ਕੋਲੋਂ ਪੁੱਛਦੇ ਹੋ ਜਿਵੇਂ ਅਣਜਾਣ ਹੋਵੋ। ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਤੁਹਾਡੇ ਤੋਂ ਵੱਧ ਸਿਆਣਾ ਕੌਣ ਹੈ। ਤੋ ਸੁਨੋ ਸਰ ਸੁਦਾ ਮਝਾਰਾ। ਜੇ ਫਿਰ ਵੀ ਆਪ ਜੀ ਮੇਰੇ ਕੋਲੋਂ ਪੁੱਛਦੇ ਹੋ ਤਾਂ ਮੇਰੀ ਬੇਨਤੀ ਹੈ ਕਿ ਜੋ ਸੁਦਾ ਸਰ, ਸੁਦਾ ਨਾਮ ਹੁੰਦਾ ਅੰਮ੍ਰਿਤ ਦਾ, ਜੋ ਅੰਮ੍ਰਿਤਸਰ ਸਰੋਵਰ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਹਰ ਮੰਦਰ ਸੁੰਦਰ ਦਰਬਾਰਾ। ਜਿਸ ਪਾਵਨ ਅੰਮ੍ਰਿਤ ਤਾਲ ਵਿੱਚ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਆਪ ਜੀ ਨੇ ਕੀਤੀ ਹੈ,
ਐਸੇ ਸੁੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੁੰਦਰ ਦਰਬਾਰ ਵਿੱਚ ਸਦਾ ਸਥਾਪਨ ਗ੍ਰੰਥ ਸੁਲਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਸਥਾਪਨ ਕਰਨਾ ਚਾਹੀਦਾ ਹੈ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਐਸੀ ਉੱਤਮ ਥਾਂ ਨਹੀਂ ਦਿਸਦੀ ਇਸ ਵੇਲੇ ਪੂਰੇ ਸੰਸਾਰ ਭਰ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ। ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਵਾਸਤੇ ਆਪ ਜੀ ਸਥਾਪਨ ਕਰੋ। ਸ਼ੋਭੈਂਗੋ ਇਮਤਹਾ ਸੁਭਾਇਕ ਔਰ ਸੁਭਾਵਕ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਰਬਾਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੋਭਨੀਕ ਹੋਣਗੇ। ਸੀਜਾ ਸ਼ੀਸ਼ ਸਮੁੰਦਰ ਮਝਾਰੀ ਜਿਵੇਂ ਪੁਰਾਣਕ ਕਥਾਵਾਂ 'ਚ ਕਿਹਾ ਜਾਂਦਾ ਹੈ ਕਿ ਸ਼ੇਸ਼ਨਾਗ ਦੀ ਜਿਹੜੀ ਸੇਜਾ ਹੈ ਸਮੁੰਦਰ ਵਿੱਚ, ਉਹਦੇ ਉੱਤੇ ਭਗਵਾਨ ਜੀ ਬਿਰਾਜਮਾਨ ਨੇ। ਕਹਿੰਦੇ ਸਾਡੇ ਵਾਸਤੇ ਪ੍ਰਤੱਖ ਰੂਪ ਦੇ ਵਿੱਚ ਜਥਾ ਸ਼ੀਖ ਸਾਈ ਛਬ ਧਾਰੀ ਇਸ ਪਾਵਨ ਅੰਮ੍ਰਿਤ ਤਾਲ ਵਿੱਚ ਬਣੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਅੰਦਰ ਦੀਨ ਦੁਨੀਆ ਦੇ ਸੁਆਮੀ ਰੂਪ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਣਗੇ ਤਾਂ ਸਾਰੀ ਲੋਕਾਈ ਸਾਰੀ ਮਾਨਵਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਭਲਾ ਕਰੇਗੀ। ਮਨੋ ਬੀਚ ਬੈਕੁੰਠ ਸੁਮੰਦਿਰ ਜਾਂ ਇਉਂ ਕਹਿ ਲੋ ਵੀ ਇਹ ਬੈਕੁੰਠ ਧਾਮ ਹੈ ਸ੍ਰੀ ਅੰਮ੍ਰਿਤਸਰ ਸਰੋਵਰ। ਇਸ ਬੈਕੁੰਠ ਦੇ ਵਿੱਚ ਜੋ ਇਹ ਪਾਵਨ ਸ੍ਰੀ ਹਰਿਮੰਦਰ ਸਾਹਿਬ ਹੈ, ਬਿਸ਼ਨ ਬਿਰਾਜੀ ਛਬ ਸੋ ਅੰਦਰ ਕਹਿੰਦੇ ਉਹਦੇ ਜਿਵੇਂ ਕਹਿੰਦੇ ਬੈਕੁੰਠ ਦੇ ਵਿੱਚ ਭਗਵਾਨ ਜੀ ਸੱਚਖੰਡ ਵਸੈ ਨਿਰੰਕਾਰ ਰੂਪ ਹੋ ਕੇ ਵਸਦੇ ਨੇ, ਇਸੇ ਤਰ੍ਹਾਂ ਇਸ ਮਾਤ ਲੋਕ ਦੀ ਧਰਤੀ ਤੇ ਬੈਕੁੰਠ ਧਾਮ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪ੍ਰਕਾਸ਼ਮਾਨ ਹੋਣਗੇ। ਪ੍ਰਤੱਖ ਰੂਪ ਦੇ ਵਿੱਚ ਪਰਮੇਸ਼ਵਰ ਰੂਪ ਹੋ ਕੇ ਪ੍ਰਤੱਖ ਦਰਸ਼ਨ ਦੇਣਗੇ। ਸੁਨਤ ਪ੍ਰਸੰਨ ਗੁਰੂ ਬਹੁ ਪਾਈ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਪੰਚਮ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ। ਕਹਿਣ ਲੱਗੇ ਬਾਬਾ ਜੀ ਸਾਡੇ ਅੰਦਰ ਵੀ ਇਹੀ ਫੁਰਨਾ ਸੀ, ਅਸੀਂ ਵੀ ਇਹੀ ਸੰਕਲਪ ਕੀਤਾ ਸੀ। ਜਥਾ ਜੋਗ ਇਨ ਵਰਣਨ ਕਈ ਜਥਾ ਯੋਗ ਜਿਵੇਂ ਤੁਸੀਂ ਵਰਣਨ ਕੀਤਾ ਹੈ। ਬਨਿਓ ਸੁਦਾਸਰ ਵਿੱਚ ਹਰ ਮੰਦਿਰ ਸੁਦਾਸਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜੋ ਪਾਵਨ ਸ੍ਰੀ ਹਰਿਮੰਦਰ ਸਾਹਿਬ ਬਣੇ ਹਨ, ਇਹ ਸਮ ਨਹੀਂ ਤਿਰਲੋਕੀ ਅੰਦਰ ਤਿੰਨਾਂ ਲੋਕਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਥਾਂ ਕੋਈ ਨਹੀਂ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਰ ਨਾਨਕ ਕਸਮ ਲਜਾਏ ਨਾਇ ਰਾਮਦਾਸ ਸਰ। ਪੂਰੇ ਤਿੰਨਾਂ ਲੋਕਾਂ ਵਿੱਚ ਇਸ ਪਾਵਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਾਲੀ ਥਾਂ ਵਰਗੀ ਕੋਈ ਥਾਂ ਨਹੀਂ। ਤਥਾ ਗ੍ਰੰਥ ਸਾਹਿਬ ਸ਼ੁਭ ਰਚਿਓ ਕਹਿੰਦੇ ਜਿਵੇਂ ਪੂਰੇ ਸੰਸਾਰ ਭਰ ਵਿੱਚ ਸਭ ਤੋਂ ਉੱਤਮ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਇਸੇ ਤਰ੍ਹਾਂ ਪੂਰੇ ਸੰਸਾਰ ਭਰ ਵਿੱਚ ਜਿਤਨੇ ਗ੍ਰੰਥ ਨੇ ਧਰਮ ਪੁਸਤਕਾਂ ਨੇ, ਸਭ ਤੋਂ ਮਹਾਨ ਸ੍ਰੇਸ਼ਟ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਔਰ ਮਹਾਨ ਪਵਿੱਤਰ ਸਥਾਨ ਤੇ ਐਸੇ ਮਹਾਨ ਗ੍ਰੰਥ ਦਾ ਪ੍ਰਕਾਸ਼ ਹੋਵੇਗਾ। ਸਰਬੋਤਮ ਹਰ ਨਾਮਨ ਖਚਿਓ ਕਿਉਂਕਿ ਸਰਵੋਤਮ ਕਿਉਂ ਹੈ ਗੁਰੂ ਗ੍ਰੰਥ ਸਾਹਿਬ? ਸਰਵੋਤਮ ਇਸ ਕਰਕੇ ਹੈ ਕਿਉਂਕਿ ਇਹ ਹਰੀ ਨਾਮ ਦੀਆਂ ਮਣੀਆਂ ਨਾਲ ਖਚਿਆ ਹੋਇਆ, ਯਾਨੀ ਕਿ ਸਾਰੀ ਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਹੀ ਗਈ ਹੈ, ਅਕਾਲ ਪੁਰਖ ਦੇ ਨਾਮ ਦਾ ਮਹਾਤਮ ਦੱਸਿਆ, ਨਾਮ ਦੀ ਵਡਿਆਈ ਕਹੀ ਹੈ ਬਾਰ-ਬਾਰ। ਉਚਿਤ ਮੇਲ ਦੋਨੋਂ ਕੋ ਬਨੇ, ਇਹ ਬੜਾ ਸ੍ਰੇਸ਼ਟ ਮੇਲ ਬਣਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਦੋਨਾਂ ਦਾ ਬਹੁਤ ਪਵਿੱਤਰ ਸੁਮੇਲ ਹੋਇਆ। ਨਿਸਬਾਸੁਰ ਹਰ ਕੀਰਤਨ ਪਨੇ, ਨਿਸਬਾਸਰ ਰਾਤ ਦਿਨ ਜਿੱਥੇ ਹਰੀ ਦਾ ਕੀਰਤਨ ਕਿਹਾ ਜਾਵੇਗਾ, ਹਰੀ ਦਾ ਕੀਰਤਨ ਗਾਵਿਆ ਜਾਏਗਾ। ਸੁਨ ਗੁਰਦਾਸ ਸੁਬਾਕ ਹਮਾਰੀ, ਮਹਾਰਾਜ ਜੀ ਬੋਲੇ ਭਾਈ ਗੁਰਦਾਸ ਸਾਹਿਬ ਜੀ ਕੋਲ ਬੈਠੇ ਸੀ, ਉਹਨਾਂ ਨੂੰ ਸੰਬੋਧਨ ਕਰਕੇ, ਭਾਈ ਗੁਰਦਾਸ ਜੀ ਸੁਣੋ। ਸ਼੍ਰੀ ਗੁਰੂ ਰਾਮਦਾਸ ਦਰਬਾਰੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਜੋ ਪਾਵਨ ਪਵਿੱਤਰ ਦਰਬਾਰ ਹੈ, ਦਿਨ ਪ੍ਰਤ ਬਦੀ ਸਮਾਜ ਵਡੇਰੇ, ਦਿਨ ਪ੍ਰਤੀ ਦਿਨ ਗੁਰੂ ਸਾਹਿਬ ਜੀ ਦੇ ਦਰਬਾਰ ਦੀ ਆਬਾ ਵਡਿਆਈ ਵਧਣੀ ਹੈ। ਗੁਰੂ ਘਰ ਦਾ ਸਮਾਜ,
ਗੁਰੂ ਘਰ ਦਾ ਜਿਤਨਾ ਵੀ ਆਲਾ ਦੁਆਲਾ ਹੈ, ਭਾਵ ਜਿਤਨੇ ਗੁਰੂ ਕੇ ਸਿੱਖ ਨੇ, ਉਹ ਵਧਣ ਫੁੱਲਣਗੇ। ਦੁਖ ਦਾਰਿਦ ਕੋ ਆਏ ਨ ਨੇਰੇ, ਕਿਸੇ ਪ੍ਰਕਾਰ ਦਾ ਦੁੱਖ, ਕਿਸੇ ਵੀ ਪ੍ਰਕਾਰ ਦਾ ਦਲਿੱਦਰ ਉਹ ਨੇੜੇ ਨਹੀਂ ਆਵੇਗਾ ਜਿਹੜੇ ਦਰਬਾਰਾਂ ਵਾ ਕੇ ਹਾਜ਼ਰੀਆਂ ਭਰਨਗੇ। ਹਰ ਮੰਦਰ ਹਰ ਰੂਪ ਬਿਲੰਦਾ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਰੀ ਦਾ ਹੀ ਸਵਰੂਪ ਹੈ। ਹਰੀ ਅਕਾਲ ਪੁਰਖ ਪਰਮੇਸ਼ਰ ਦਾ ਇਹ ਪਵਿੱਤਰ ਪ੍ਰਤੱਖ ਮੰਦਰ ਹੈ। ਸੀਵੇਂ ਸੇਵਕ ਬ੍ਰਿੰਦ ਮੁਕੰਦਾ, ਇੱਥੇ ਹਜ਼ਾਰਾਂ ਸੇਵਕ ਆ ਕੇ ਸੇਵਾ ਕਰ ਰਹੇ ਨੇ ਤੇ ਅੱਗੇ ਨੂੰ ਕਰਨਗੇ, ਔਰ ਕਰਕੇ ਸੇਵਾ ਮੁਕਤੀ ਨੂੰ ਪ੍ਰਾਪਤ ਕਰਨਗੇ। ਮੁਕੰਦਾ ਕਹੀਏ ਇਸ ਪਾਵਨ ਦਰਬਾਰ ਦੀ ਸੇਵਾ ਮੁਕਤੀ ਦੇ ਦੇਣ ਵਾਲੀ ਹੈ। ਜਿਹੜਾ ਇਸ ਸਥਾਨ ਤੇ ਆ ਕੇ ਹਾਜ਼ਰ ਹੋ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਪਰਸੇਗਾ ਤੇ ਇਹਨਾਂ ਨੂੰ ਮੁਕਤੀ ਦਾ ਗਿਆਨ ਪ੍ਰਾਪਤ ਹੋਵੇਗਾ। ਲక్ష్ਮੀ ਨਿਸਬਾਸੁਰ ਇਸ ਸੇਵੇ, ਇਸ ਪਾਵਨ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਲక్ష్ਮੀ ਰਾਤ ਦਿਨ ਹੀ ਕਰੇਗੀ। ਲక్ష్ਮੀ ਖੜੀ ਤੁਮਰੇ ਦਰਬਾਰਾ, ਸੱਚਖੰਡ ਵਸੈ ਨਿਰੰਕਾਰਾ। ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਜੀ ਦਰਬਾਰਨ ਮੈਂ ਤੇਰੋ ਦਰਬਾਰਾ, ਸੱਚਖੰਡ ਵਸੈ ਨਿਰੰਕਾਰਾ। ਮਹਾਰਾਜ ਜੀ ਆਪ ਜੀ ਦੇ ਇਸ ਪਾਵਨ ਦਰਬਾਰ ਦੇ ਵਿੱਚ ਲక్ష్ਮੀ ਸਦਾ ਹੀ ਹਾਜ਼ਰ ਰਹੇਗੀ। ਰਾਤ ਦਿਨ ਲక్ష్ਮੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨੂੰ ਸੇਵੇਗੀ। ਸ਼ਰਦਾ ਤਰੇ ਦਾਸ ਫਲ ਲੀਵੇਂ, ਜਿਹੜੇ ਦਾਸ ਬਣ ਕੇ, ਸੇਵਕ ਬਣ ਕੇ, ਸ਼ਰਧਾ ਧਾਰਨ ਕਰਕੇ ਇਸ ਸਥਾਨ ਤੇ ਸੇਵਾ ਕਰਨਗੇ, ਹਾਜ਼ਰੀਆਂ ਭਰਨਗੇ ਤੇ ਇਹਨਾਂ ਨੂੰ ਸਰਵ ਪ੍ਰਕਾਰ ਦੇ ਫਲਾਂ ਦੀ ਪ੍ਰਾਪਤੀ ਹੋਵੇਗੀ। ਆਜ ਬਾਸ ਇਸ ਥਲ ਹੀ ਕੀਜੇ, ਮਹਾਰਾਜ ਜੀ ਕਹਿਣ ਲੱਗੇ ਅੱਜ ਤਾਂ ਪਾਵਨ ਸਰੂਪ ਇੱਥੇ ਹੀ ਬਿਰਾਜਮਾਨ ਕਰੋ। ਯਾਨੀ ਕਿ ਗੁਰਦੁਆਰਾ ਰਾਮਸਰ ਸਾਹਿਬ ਸ਼ਾਮ ਦਾ ਸਮਾਂ ਸੀ। ਪਾਤਸ਼ਾਹ ਆਖਿਆ ਅੱਜ ਦੀ ਰਾਤ ਮਹਾਰਾਜ ਜੀ ਦੇ ਪਾਵਨ ਸਰੂਪਾਂ ਦਾ ਇੱਥੇ ਹੀ ਨਿਵਾਸ ਕਰਾਈਏ। ਹੋਤ ਪ੍ਰਾਤ ਕੋ ਤੈਂ ਗਮ ਨੀਜੇ, ਔਰ ਕੱਲ ਸਵੇਰੇ ਪ੍ਰਾਤ ਯਾਨੀ ਕਿ ਕੱਲ ਦੇ ਦਿਨ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚੱਲਾਂਗੇ ਪਾਵਨ ਸਰੂਪ ਲੈ ਕੇ। ਸਬਨ ਆਹਾਰ ਕਰਿਓ ਸ਼ੁਭ ਖਾਨਾ, ਇੰਨੇ ਨੂੰ ਲੰਗਰ ਤਿਆਰ ਹੋ ਗਿਆ। ਸਾਰੀ ਸੰਗਤ ਨੇ ਲੰਗਰ ਪ੍ਰਸ਼ਾਦ ਛਕਿਆ ਹੈ। ਭੂਮ ਸੈਨ ਕੀਨਸ ਤਿਸ ਥਾਨਾ, ਗੁਰਦੇਵ ਨੇ ਪਾਵਨ ਸਰੂਪ ਪਲੰਘਿਆਂ ਤੇ ਬਿਰਾਜਮਾਨ ਕੀਤੇ। ਔਰ ਆਪ ਗੁਰਦੇਵ ਜੀ ਜ਼ਮੀਨ ਤੇ ਥੱਲੇ ਭੁੰਜਿਆਂ ਬਿਰਾਜੇ ਨੇ। ਗੁਰਦੁਆਰਾ ਰਾਮਸਰ ਸਾਹਿਬ ਵੀ ਅੱਜ ਦੀ ਰਾਤ ਕੱਟੀ ਆ ਸਤਿਗੁਰਾਂ ਨੇ। ਸਰੂਪ ਪਲੰਘਿਆਂ ਤੇ ਬਿਰਾਜਮਾਨ ਕਰਕੇ ਕਿੰਨਾ ਅਦਬ ਗੁਰਬਾਣੀ ਦਾ ਇਹ ਸਤਿਗੁਰੂ ਜੀ ਰੋਹ ਰੀਤ ਚਲਾ ਰਹੇ ਨੇ ਪੰਥ ਵਾਸਤੇ। ਪੰਥ ਨੂੰ ਸਿੱਖਿਆ ਜੋ ਦੇਣੀ ਹੈ ਕਿ ਕਿਵੇਂ ਗੁਰੂ ਪਾਤਸ਼ਾਹ ਦਾ ਅਦਬ ਰੱਖਣਾ, ਸਤਿਕਾਰ ਰੱਖਣਾ। ਮਹਾਰਾਜ ਜੀ ਨੇ ਆਪ ਥੱਲੇ ਜ਼ਮੀਨ ਤੇ ਭੁੰਜਿਆਂ ਹੀ ਆਪਣਾ ਆਸਣ ਲਵਾਇਆ ਤੇ ਬਿਰਾਜੇ ਹਨ। ਗ੍ਰੰਥ ਸਾਹਿਬ ਆਦਰ ਕੇ ਹੀਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਕਰਨ ਵਾਸਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਗੁਰਦੇਵ ਜੀ ਭੁੰਜਿਆਂ ਬਿਰਾਜੇ ਹਨ। ਪੂਤਲ ਸੈਨੇ ਗੁਰੂ ਸਮੇਤ, ਸਤਿਗੁਰਾਂ ਦੇ ਸਮੇਤ ਜਿੰਨੀ ਸੰਗਤ ਸੀ ਉੱਥੇ ਸੇਵਾਦਾਰ ਸਨ, ਸਭ ਨੇ ਅੱਜ ਥੱਲੇ ਜ਼ਮੀਨ ਤੇ ਹੀ ਆਸਣ ਲਾਏ ਹਨ। ਹਿਰਦੇ ਵਿਚਾਰਨ ਸ਼੍ਰੀ ਗੁਰ ਕਰੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਹਿਰਦੇ 'ਚ ਵਿਚਾਰ ਕਰ ਰਹੇ ਨੇ। ਟੈਲ ਗ੍ਰੰਥ ਕੀ ਕੌਣ ਸੁਧਰੇ, ਸੋਚਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਕਿਹਨਾਂ ਨੂੰ ਲਾਇਆ ਜਾਵੇ। ਪੰਜਵੇਂ ਪਾਤਸ਼ਾਹ ਮਨ ਹੀ ਮਨ ਵਿਚਾਰ ਕਰਦੇ ਆ ਕਿ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹਨਾਂ ਦੀ ਸੇਵਾ ਟਹਿਲ ਕਰਨ ਵਾਸਤੇ ਕਿਹਨਾਂ ਦੀ ਸੇਵਾ ਲਾਈ ਜਾਵੇ। ਇਹ ਸਤਿਗੁਰੂ ਜੀ ਵਿਚਾਰ ਕਰ ਰਹੇ ਨੇ। ਬੇਦੀ ਤੇਹਣ ਭੱਲੇ ਬੰਸ, ਮਹਾਰਾਜ ਜੀ ਨੇ ਨਿਗਾਹ ਮਾਰੀ ਬੇਦੀਆਂ ਦੇ ਪਰਿਵਾਰਾਂ 'ਚ, ਤਰੇਣ ਗੁਰੂ ਅੰਗਦ ਦੇਵ ਸਾਹਿਬ ਦੇ ਪਰਿਵਾਰ 'ਚ, ਫਿਰ ਜਿਹੜੇ ਭੱਲੇ ਨੇ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰਾਂ 'ਚੋਂ, ਸਾਰੇ ਸਾਹਿਬਜ਼ਾਦਿਆਂ ਵੱਲ ਨਿਗਾਹ ਮਾਰੀ ਹੈ। ਸੋਢੀ ਜੇ ਕੁਲ ਕੇ ਅਵਤਾਂਸ਼, ਫਿਰ ਜਿਹੜੇ ਸੋਢੀਆਂ ਦੀ ਕੁਲ ਵਿੱਚ ਸਾਹਿਬਜ਼ਾਦੇ ਸਨ ਉਹਨਾਂ ਨੂੰ ਵੇਖਿਆ। ਨਿਜ ਕੁਲ ਕੋ ਇਨ ਕੋ ਹੰਕਾਰਾ, ਮਹਾਰਾਜ ਜੀ ਨੇ ਵੇਖਿਆ ਵੀ ਇਹਨਾਂ ਸਾਰਿਆਂ ਦੇ ਦਿਲਾਂ ਵਿੱਚ ਸੂਖਮ ਹਉਮੈ ਹੈ ਕਿ ਅਸੀਂ ਗੁਰੂ ਦੀ ਅੰਸ਼ ਬੰਸ ਹਾਂ, ਅਸੀਂ ਗੁਰੂ ਦੀ ਕੁਲ ਚੋਂ ਆ, ਸਾਡੇ ਵਡੇਰੇ ਗੁਰਦੇਵ ਹਨ। ਏਦਾਂ ਇਹਨਾਂ ਦੇ ਮਨ 'ਚ ਸੂਖਮ ਹੰਕਾਰ ਹੈ। ਤੇ ਕੁਲ ਦਾ ਹੰਕਾਰ ਕਰਨ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਕਿਵੇਂ ਲਾਈਏ?
ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਉਹ ਲਾਇਆ ਜਾ ਸਕਦਾ ਹੈ ਜਿਹੜਾ ਹੰਕਾਰ ਤੋਂ ਰਹਿਤ ਨਿਰਹੰਕਾਰ ਹੋਵੇ, ਜਿਹਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਸੂਖਮ ਹਉਮੈ ਵੀ ਕੰਮ ਨਾ ਕਰੇ। ਇਹੋ ਜਿਹੇ ਗ੍ਰੰਥੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਲਾਇਆ ਜਾ ਸਕਦਾ ਹੈ। ਤੋ ਮਹਾਰਾਜ ਪੰਜਵੇਂ ਪਾਤਸ਼ਾਹ ਵਿਚਾਰ ਕਰ ਰਹੇ ਨੇ ਕਿ ਸੋਢੀ ਤ੍ਰੇਣ ਭੱਲੇ ਬੇਦੀ ਨਾ ਸਾਰਿਆਂ ਦੇ ਮਨਾਂ ਵਿੱਚ ਆਪਣੀ ਕੁੱਲ ਦਾ ਹੰਕਾਰ ਹੈ। ਕਰ ਨ ਸਕੇਂਗੀ ਸੀਵ ਉਦਾਰਾ, ਇਹ ਸੇਵਾ ਨਹੀਂ ਕਰ ਸਕਣਗੇ। ਇਹਨਾਂ ਨੇ ਸੋਚਣਾ ਕਿ ਅਸੀਂ ਤਾਂ ਵੱਡੀਆਂ ਕੁੱਲਾਂ ਵਾਲੇ ਆ, ਗੁਰੂ ਕੁੱਲ ਚੋਂ ਆ, ਅਸੀਂ ਇਹ ਕੰਮ ਕਿਉਂ ਕਰੀਏ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥੀ ਦੀ ਸੇਵਾ ਕਿਵੇਂ ਕਰੀਏ। ਇਦਾਂ ਆਪਣੇ ਮਨ ਦੇ ਵਿੱਚ ਇਹਨਾਂ ਦੇ ਹੰਕਾਰ ਆਵੇਗਾ ਤੇ ਸੇਵਾ ਨਹੀਂ ਕਰਨਗੇ। ਏ ਸੇਵਕ ਕੀ ਵਸਤ ਸਦੀਵਾ, ਕਿਉਂਕਿ ਇਹ ਪਾਵਨ ਅੰਮ੍ਰਿਤ ਬਾਣੀ ਸੇਵਕ ਦੀ ਹੈ। ਜਿਹੜਾ ਸੇਵਕ ਬਣੇਗਾ ਇਹ ਉਹਦੇ ਹਿਰਦੇ 'ਚ ਵਸੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਮਾਲਕ ਬਣ ਕੇ ਆਵੇਗਾ ਉਹਦੇ ਹਿਰਦੇ 'ਚ ਗੁਰਬਾਣੀ ਥੋੜੀ ਵਸਣੀ ਹੈ। ਇਹ ਤਾਂ ਸੇਵਕ ਦੀ ਵਸਤੂ ਹੈ। ਜਿਹੜਾ ਸੇਵਾ ਕਰੇਗਾ ਉਹਦੇ ਹਿਰਦੇ ਵਿੱਚ ਇਸ ਪਾਵਨ ਅੰਮ੍ਰਿਤ ਬਾਣੀ ਦਾ ਵਾਸਾ ਹੋਵੇਗਾ। ਨਿਰਹੰਕਾਰ ਜਿਨੋ ਮਨ ਨੀਵਾ, ਜਿਨ੍ਹਾਂ ਦਾ ਮਨ ਨਿਰਹੰਕਾਰ ਤੇ ਨੀਵਾ ਹੋਵੇਗਾ। ਸੇਵਾ ਵਿਖੇ ਨਿਪੁੰਨ ਜੋ ਹੋਏ, ਉਹੀ ਸੇਵਾ ਕਰ ਸਕਦਾ ਜਿਹੜਾ ਸੇਵਾ ਵਿੱਚ ਪੂਰਨ ਤੌਰ ਤੇ ਨਿਪੁੰਨ ਤੇ ਅਧਿਕਾਰੀ ਹੋਵੇ। ਕਰੀਏ ਇਹਾਂ ਸਥਾਪਨ ਸੋਏ, ਉਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਵਿੱਚ ਲਾਈਏ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਨਿਯੁਕਤ ਕਰੀਏ। ਸ਼੍ਰੀ ਨਾਨਕ ਕੋ ਦਰਸ਼ਨ ਕੀਨ, ਸਾਰਿਆਂ ਵੱਲ ਪਾਤਸ਼ਾਹ ਧਿਆਨ ਕਰਦੇ ਪੰਜਵੇਂ ਪਾਤਸ਼ਾਹ ਤੇ ਗੁਰਦੇਵ ਦੀ ਨਿਗਾਹ ਆਈ ਹੈ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ। ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਗੁਰਸਿੱਖ ਨੇ ਜਿਨ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸੋਂ ਸਿੱਖੀ ਧਾਰਨ ਕੀਤੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੇ। ਅਸ ਬੁੱਢਾ ਵਿੱਚ ਸੇਵ ਪ੍ਰਬੀਨ, ਐਸੇ ਬਾਬਾ ਬੁੱਢਾ ਸਾਹਿਬ ਜੀ ਜੋ ਸੇਵਾ ਵਿੱਚ ਹਰ ਵੇਲੇ ਹੀ ਪ੍ਰਬੀਨ ਨੇ, ਹਰ ਵੇਲੇ ਗੁਰੂ ਘਰ ਦੀ ਸੇਵਾ ਵਿੱਚ ਤਤਪਰ ਤੇ ਸਾਵਧਾਨ ਰਹਿੰਦੇ ਹਨ। ਇਮ ਵਿਚਾਰ ਕਰ ਨਿੰਦਰਾ ਪਾਈ, ਤੋ ਵਿਚਾਰ ਕਰ ਲਈ ਮਹਾਰਾਜ ਜੀ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਹੀ ਸੇਵਾ ਦਿੱਤੀ ਜਾਏ। ਤੋ ਰਾਤ ਨੂੰ ਇਹ ਵਿਚਾਰ ਕਰਕੇ ਗੁਰਦੇਵ ਜੀ ਆਪਣੀ ਸੇਜਾ ਤੇ ਸੁਖਾਸਣਾ ਤੇ ਬਿਰਾਜੇ ਹਨ। ਜਾਗੇ ਜਾਮਨ ਜਾਮ ਰਹਾਈ, ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਗਰੀਬ ਨਵਾਜ ਸਾਹਿਬ ਜੀ ਉੱਠੇ ਨੇ। ਅਕਸਰ ਕਈ ਪ੍ਰੇਮੀ ਪੁੱਛਦੇ ਐ ਕਿ ਜੀ ਇਹ ਪਹਿਰ ਰਾਤ ਦਾ ਸਮਾਂ ਕਿਹੜਾ ਹੈ। ਖਾਲਸਾ ਜੀ, ਪਹਿਰ ਰਾਤ ਦਾ ਸਮਾਂ ਉਦੋਂ ਗਿਣਿਆ ਜਾਂਦਾ ਹੈ ਜਦੋਂ ਸੂਰਜ ਦੀ ਲੋ ਲੱਗੇ, ਯਾਨੀ ਕਿ ਸੂਰਜ ਦੀ ਟਿੱਕੀ ਆਕਾਸ਼ ਵਿੱਚ ਥੋੜੀ ਥੋੜੀ ਲੋ ਕਰਨ ਲੱਗ ਪਵੇ, ਉਸ ਤੋਂ 3 ਘੰਟੇ ਪਹਿਲਾਂ ਪਹਿਰ ਦਾ ਸਮਾਂ ਹੈ। ਕਿਉਂਕਿ ਇੱਕ ਪਹਿਰ 3 ਘੰਟਿਆਂ ਦਾ ਹੁੰਦਾ। ਉਹ ਮੌਸਮ ਦੇ ਮੁਤਾਬਕ ਬਦਲਦਾ ਰਹਿੰਦਾ। ਜਿਵੇਂ ਅੱਜ ਕੱਲ ਮੰਨ ਲਓ ਸਵੇਰੇ 6 ਵਜੇ ਜਾਂ 6:15 ਵਜੇ ਲੋ ਲੱਗਦੀ ਹੈ, ਤਾਂ ਉਸ ਤੋਂ 3 ਘੰਟੇ ਪਹਿਲਾਂ 3:15 ਵਜੇ ਦਾ ਸਮਾਂ ਉਹ ਇੱਕ ਪਹਿਰ ਦਾ ਹੈ। ਸਵਾ ਪਹਿਰ ਥੋੜਾ ਜਿਹਾ ਹੋਰ ਪਿੱਛੇ ਚਲਾ ਜਾਏਗਾ। ਤੋ ਇਉਂ ਮਿਣਤੀ ਗਿਣਤੀ ਪਹਿਰਾਂ ਦੀ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹਦੇ ਮੁਤਾਬਕ ਕੀਤੀ ਜਾਂਦੀ ਹੈ। ਤੇ ਰਾਤ ਦਾ ਪਹਿਲਾ ਪਹਿਰ ਜਦੋਂ ਸੂਰਜ ਛੁਪ ਜਾਏ, ਹਨੇਰਾ ਜਿਹਾ ਪੈਣ ਲੱਗ ਪਵੇ, ਉਦੋਂ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋ ਜਾਂਦਾ। ਤੋ ਇਉਂ ਗੁਰਮੁਖ ਜਨ ਪਹਿਲੇ ਪਹਿਰ ਅੰਮ੍ਰਿਤ ਵੇਲੇ ਪਿਛਲੇ ਪਹਿਰ ਉੱਠਦੇ ਐ। ਪੰਜਵੇਂ ਪਾਤਸ਼ਾਹ ਜੀ ਪਿਛਲੇ ਪਹਿਰ ਉੱਠੇ ਹਨ। ਬੁੱਢਾ ਪੁਨ ਗੁਰਦਾਸ ਸੋ ਜਾਗੇ, ਬਾਬਾ ਬੁੱਢਾ ਸਾਹਿਬ ਜੀ ਉੱਠੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਜਿੰਨੇ ਗੁਰਸਿੱਖ ਨੇ ਸਭ ਤਿਆਰ ਬਰ ਤਿਆਰ ਹੋਏ। ਸ਼੍ਰੀ ਗੁਰ ਚਰਨ ਪ੍ਰੇਮ ਮੈਂ ਪਾਗੇ, ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਰੰਗ 'ਚ ਭਿੱਜੇ ਹੋਏ ਨੇ ਸਭ ਦੇ ਹਿਰਦਿਆਂ ਵਿੱਚ ਗੁਰਦੇਵ ਦਾ ਪਰਮ ਪ੍ਰੇਮ ਵਸ ਰਿਹਾ ਹੈ। ਸੋਚ ਰਾਮ ਸਰ ਕੀ ਨਿਸ਼ਨਾਨਾ, ਔਰ ਗੁਰਦੇਵ ਨੇ ਅੱਜ ਰਾਮਸਰ ਸਰੋਵਰ 'ਚ ਇਸ਼ਨਾਨ ਕੀਤਾ ਹੈ। ਬਦਰੀ ਤਰ ਬੈਠੇ ਕਰ ਧਿਆਨਾ, ਔਰ ਇਸ਼ਨਾਨ ਕਰਕੇ ਜੋ ਰਾਮਸਰ ਸਰੋਵਰ ਦੇ ਕੰਢੇ ਬੇਰੀ ਹੈ ਉਹਦੇ ਥੱਲੇ ਮਹਾਰਾਜ ਜੀ ਧਿਆਨ 'ਚ ਬੈਠੇ ਨੇ, ਨੇਤਰ ਬੰਦ ਨੇ ਔਰ ਆਪਣੀ ਧਿਆਨ ਸਮਾਧੀ ਦੀ ਕਿਰਿਆ ਵਿੱਚ ਹਨ। ਗੁਰੂ ਖਾਲਸਾ ਜੀ ਇਹਨੂੰ ਸਾਧਨਾ ਕਹਿੰਦੇ ਹਨ। ਅੰਮ੍ਰਿਤ ਵੇਲੇ ਉੱਠ ਕੇ ਕੁਝ ਸਮਾਂ ਆਪਣੇ ਨਿਜ ਧਿਆਨ ਪਰਾਇਣ ਹੋ ਕੇ ਬੈਠਣਾ, ਇਹ ਸਤਿਗੁਰੂ ਜੀ ਸਾਨੂੰ ਸੰਕੇਤ ਕਰ ਰਹੇ ਹਨ।
ਤਾਂ ਜੋ ਸਾਡੀਆਂ ਮਨ ਬਿਰਤੀਆਂ ਸ਼ਾਂਤ ਹੋ ਜਾਣ। ਇਕਾਗਰਤਾ ਉਸ ਵੇਲੇ ਵੱਧ ਹੁੰਦੀ ਹੈ, ਸਰੀਰ ਵਿੱਚ ਪੂਰਨ ਤੌਰ ਤੇ ਊਰਜਾ ਹੁੰਦੀ ਹੈ। ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ, ਉਦੋਂ ਪੂਰਾ ਸਰੀਰ ਨੀਂਦ ਲਈ ਹੁੰਦੀ ਹੈ, ਫਰੈਸ਼ ਹੁੰਦਾ, ਦਿਮਾਗ ਊਰਜਤ ਹੁੰਦਾ, ਸਰੀਰ 'ਚ ਪੂਰੀ ਊਰਜਾ ਹੁੰਦੀ ਹੈ। ਉਸ ਊਰਜਾ ਨੂੰ ਪਰਮਾਰਥ ਵਾਲੇ ਪਾਸੇ ਪੂਰਨ ਤੌਰ ਤੇ ਲਾ ਦਿੱਤਾ ਜਾਵੇ ਤੇ ਤਰੱਕੀ ਹਾਸਲ ਹੁੰਦੀ ਹੈ। ਤੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਅੰਮ੍ਰਿਤ ਵੇਲੇ ਬੇਰੀ ਦੇ ਥੱਲੇ ਆਸਣ ਲਾਏ ਨੇ, ਨੇਤਰ ਮੁੰਦਰਤ ਨੇ, ਆਪਣੀ ਧਿਆਨ ਦੀ ਸਮਾਧੀ ਵਿੱਚ ਕਿਰਿਆ ਵਿੱਚ ਹਨ। ਦ્વੈ ਕਟਿਕਾ ਲਖ ਅੰਮ੍ਰਿਤ ਕਾਲਾ, ਜਦੋਂ 2 ਘੜੀਆਂ ਅੰਮ੍ਰਿਤ ਵੇਲਾ ਰਹਿ ਗਿਆ, ਸ਼੍ਰੀ ਅਰਜਨ ਬਚ ਕਿਓ ਰਸਾਲਾ, ਨੇਤਰ ਖੋਲੇ ਤੇ ਪੰਜਵੇਂ ਪਾਤਸ਼ਾਹ ਜੀ ਬੋਲੇ ਅੰਮ੍ਰਿਤ ਬਚਨ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਪ ਜੀ ਆਪਣੇ ਸੀਸ ਤੇ ਸਜਾਓ। ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਦੇਵ ਨੇ ਹੁਕਮ ਕੀਤਾ, ਖਾਲਸਾ ਜੀ ਗੁਰੂ ਘਰ ਦੇ ਵਿੱਚ ਜਿਹੜੇ ਗੁਰਦੁਆਰਿਆਂ ਦੀ ਮਰਿਆਦਾ ਚੱਲੀ ਹੈ ਨਾ, ਅੰਮ੍ਰਿਤ ਵੇਲੇ ਪ੍ਰਕਾਸ਼ ਦੀ, ਸ਼ਾਮ ਨੂੰ ਸੁਖਾਸਣ ਦੀ, ਇਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਪ੍ਰਾਰੰਭ ਕੀਤੀ ਭਾਦਰੋਂ ਸੁਦੀ ਏਕਮ ਨੂੰ, ਜਿਸ ਦਿਨ ਆਪਾਂ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ। ਤੋ 1604 ਈਸਵੀ 'ਚ ਤੋ ਗਰੀਬ ਨਵਾਜ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬਾਬਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਵਾਰੇ ਆਪ ਜੀ ਆਪਣੇ ਸੀਸ ਤੇ ਸਜਾਓ। ਆਗੇ ਚਲੋ ਸੁਦਾ ਸਰ ਪੰਥ, ਔਰ ਅੱਗੇ ਚੱਲੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ। ਮਾਨ ਬਾਕਲੇ ਭਇਓ ਅਗਾਰੇ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰਦੇਵ ਦਾ ਵਾਕ ਮੰਨਿਆ, ਬਚਨ ਮੰਨਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਾਰੇ ਆਪਣੇ ਸੀਸ ਤੇ ਸਜਾਏ ਹਨ। ਚਮਰ ਗੁਰੂ ਅਰਜਨ ਕਰ ਧਾਰੇ, ਪੰਚਮ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਚਬਰ ਪਕੜਿਆ ਹੋਇਆ। ਚਬਰ ਮਹਾਰਾਜ ਪੰਜਵੇਂ ਪਾਤਸ਼ਾਹ ਝੁਲਾ ਰਹੇ ਨੇ, ਦੀਨ ਦੁਨੀਆ ਦੇ ਸੁਆਮੀ ਚਬਰ ਸਾਹਿਬ ਝੁਲਾ ਰਹੇ ਨੇ। ਅੱਗੇ ਅੱਗੇ ਭਾਈ ਗੁਰਦਾਸ ਸਾਹਿਬ ਜੀ ਜਲ ਦਾ ਤਰੋਂਕਾ ਦਿੰਦੇ ਜਾ ਰਹੇ ਨੇ, ਨਾਲ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦਿਆਂ ਜਾ ਰਹੀਆਂ ਹਨ। ਸੰਖ ਅਨਿਕ ਲਘੂ ਦੁੰਦਪ ਬਾਜੇ, ਖਾਲਸਾ ਜੀ ਇਉਂ ਕਹਿ ਲੋ ਵੀ ਗੁਰੂ ਘਰ ਵਿੱਚ ਸਭ ਤੋਂ ਪਹਿਲਾ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਪੰਜਵੇਂ ਪਾਤਸ਼ਾਹ ਨੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਲਿਜਾਣਾ ਕੀਤਾ। ਇਹ ਕਹਿ ਸਕਦੇ ਆ ਵੀ ਪਹਿਲਾ ਨਗਰ ਕੀਰਤਨ ਹੋ ਗਿਆ। ਤੋ ਗਰੀਬ ਨਵਾਜ ਪਾਤਸ਼ਾਹ ਜੀ ਸਵਾਰਾ ਲੈ ਕੇ ਜਾ ਰਹੇ ਨੇ, ਸੰਗਤਾਂ ਨਾਲ ਨਾਲ ਭਜਨ ਕਰਦੀਆਂ ਜਾ ਰਹੀਆਂ ਨੇ, ਗੁਰਦੇਵ ਚਬਰ ਸਾਹਿਬ ਚਲਾਉਂਦੇ ਜਾ ਰਹੇ ਨੇ। ਜੈ ਜੈਕਾਰ ਊਚ ਸੁਰ ਗਾਜੇ, ਜੈ ਜੈਕਾਰ ਦਾ ਨਾਦ ਉੱਚੀ ਧੁਨ ਦੇ ਵਿੱਚ ਗੂੰਜ ਰਿਹਾ ਹੈ। ਸੁੰਦਰ ਸ਼੍ਰੀ ਹਰਿ ਗੋਬਿੰਦ ਚੰਦ, ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਚੰਦਰਮਾ ਜੈਸੇ ਸੁੰਦਰ ਮੁਖੜੇ ਵਾਲੇ ਸਾਹਿਬ ਜੀ ਵੀ ਨਾਲ ਹਨ। ਸੰਗ ਚਲਤ ਹੋਏ ਸ਼ੋਭ ਬਿਲੰਦ, ਛੇਵੇਂ ਪਾਤਸ਼ਾਹ ਵੀ ਨਾਲ ਜਾ ਰਹੇ ਨੇ, ਬੜੀ ਸ਼ੋਭਾ ਹੋ ਰਹੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਬੜੇ ਸੋਭਨੀਕ ਹੋ ਕੇ ਦਰਸ਼ਨ ਦੇ ਰਹੇ ਨੇ। ਹਰ ਮੰਦਰ ਮੈਂ ਜਾਏ ਪਹੁੰਚੇ, ਚਲਦਿਆਂ ਚਲਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਾਵਨ ਸਵਾਰਾ ਲੈ ਕੇ ਹਾਜ਼ਰ ਹੋਏ। ਰਾਗੀ ਰਾਗ ਕਰਤ ਸੁਰੀ ਉੱਚੇ, ਅੱਗੇ ਰਾਗੀ ਕੀਰਤਨ ਕਰ ਰਹੇ ਸਨ। ਇਹ ਮਰਿਆਦਾ ਹੁਣ ਤਾਈਂ ਹੈ, ਦਰਬਾਰ ਪਹਿਲਾਂ ਸੱਜ ਜਾਂਦਾ, ਕੀਰਤਨ ਪਹਿਲਾਂ ਪ੍ਰਾਰੰਭ ਹੋ ਜਾਂਦਾ, ਮਹਾਰਾਜ ਜੀ ਦਾ ਸਵਾਰਾ ਬਾਅਦ ਵਿੱਚ ਆਉਂਦਾ। ਤੋ ਇਹ ਮਰਿਆਦਾ ਪੰਜਵੇਂ ਪਾਤਸ਼ਾਹ ਦੇ ਸਮੇਂ ਦੀ ਚੱਲਦੀ ਹੈ, ਗੁਰਦੇਵ ਨੇ ਚਲਾਈ ਹੈ। ਕਹਿੰਦੇ ਰਬਾਬੀ ਉਸ ਵੇਲੇ ਕੀਰਤਨ ਕਰ ਰਹੇ ਸਨ। ਮੰਜੀ ਸਹਿਤ ਗ੍ਰੰਥ ਤੈ ਥਾਪ, ਸੋਹਣੇ ਪੀੜੇ ਦੇ ਉੱਤੇ, ਮੰਜੀ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਜਾਇਆ, ਉੱਤੇ ਸੋਹਣਾ ਚੰਦੋਆ ਤਣਿਆ ਹੋਇਆ ਹੈ। ਬੈਠੇ ਨਿਕਟ ਗੁਰੂ ਤਬ ਆਪ, ਪੰਜਵੇਂ ਪਾਤਸ਼ਾਹ ਜੀ ਆਪ ਨੇੜੇ ਆ ਕੇ ਥੱਲੇ ਪੁੰਜਿਆ, ਜਿੱਥੇ ਸੰਗਤ ਬੈਠੀ ਆ ਨਾਲ ਬੈਠ ਗਏ। ਵਾਰ ਭੋਗ ਕੋ ਸੁਨ ਮਨ ਲਾਈ, ਰਬਾਬੀ ਸਿੱਖਾਂ ਨੇ ਕੀਰਤਨ ਕੀਤਾ, ਆਸਾ ਜੀ ਦੀ ਵਾਰ ਦਾ ਕੀਰਤਨ ਗੁਰਦੇਵ ਨੇ ਬਹਿ ਕੇ ਸੁਣਿਆ। ਸ਼੍ਰੀ ਅਰਜਨ ਪੁਨ ਗਿਰਾ ਅਲਾਈ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੁਕਮ ਫਰਮਾਇਆ ਕੇ ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਾਬਿਆਂ ਹੀ ਬੈਠੇ ਸੀ ਗੁਰੂ ਗ੍ਰੰਥ ਸਾਹਿਬ ਦੇ। ਤੋ ਚਵਰ ਸਾਹਿਬ ਝੁਲਾ ਰਹੇ ਸਨ।
ਤੋ ਗੁਰਦੇਵ ਨੇ ਹੁਕਮ ਕੀਤਾ, ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਕਰੋ। ਲਿਓ ਆਵਾਜ਼ ਸੁਨੇ ਸਭ ਪੰਥ। ਆਵਾਜ਼ਾਂ ਲਓ, ਆਵਾਜ਼ੇ ਦਾ ਮਤਲਬ ਹੁੰਦਾ ਹੁਕਮਨਾਮਾ ਲਓ। ਆਵਾਜ਼ਾਂ ਲਓ, ਸਤਿਗੁਰੂ ਕੀ ਆਵਾਜ਼ ਮਾਰ ਕੇ ਹੁਕਮ ਦਿੰਦੇ ਐ। ਆਵਾਜ਼ ਲਿਓ ਭਾਵ ਹੁਕਮਨਾਮਾ ਲਵੋ, ਤੇ ਸਮੁੱਚਾ ਪੰਥ ਜਿਤਨੇ ਗੁਰੂ ਕੇ ਸਿੱਖ ਨੇ ਸਭ ਸਰਵਣ ਕਰਨ। ਸੁਨ ਗੁਰ ਬਚਨ ਰੁਚਰ ਮਨ ਲਾਇਕ। ਸਤਿਗੁਰੂ ਜੀ ਦੇ ਸੋਹਣੇ ਮਨ ਨੂੰ ਭਾਉਣ ਵਾਲੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਸੁਣੇ। ਸਤ ਬਾਕ ਮੁਖ ਜਲਜ ਅਲਾਇਕ। ਔਰ ਸੋਚਿਆ ਵੀ ਸਤਿਗੁਰੂ ਜੀ ਜੋ ਕਹਿ ਰਹੇ ਨੇ ਸੱਤਿਆ ਵਾਕ ਹਨ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਅਦਬ ਸੰਗ ਤਬ ਗ੍ਰੰਥ ਸੁਖੋਲਾ। ਸਤ ਬਚਨ ਆਖਿਆ ਬਾਬਾ ਜੀ ਨੇ ਮਹਾਰਾਜ, ਸਤ ਬਚਨ ਇਹ ਕਹਿ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮੰਗਲ ਕੀਤੇ। ਮਹਾਂਪੁਰਖ ਦੱਸਦੇ ਐ ਇਹ 3 ਮੰਗਲ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹੇ, ਜਿਹੜੇ ਹੁਣ ਤਾਈਂ ਦਰਬਾਰ ਸਾਹਿਬ ਗੁਰੂ ਘਰਾਂ ਵਿੱਚ ਪੜ੍ਹੇ ਜਾਂਦੇ ਹਨ। ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਜ ਸੁਪਾਏ, ਦਰਸ਼ਨ ਪਰਸੈ ਗੁਰੂ ਕੈ ਜਨਮ, ਹੋਵੈ ਸਿਫਤ ਖਸਮ ਦੀ, ਨੂਰ ਅਰ ਸੋਹ ਕੁਰ ਸੋਹ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਓ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਓ। ਇਹ ਮੰਗਲ ਪੜ੍ਹੇ ਬਾਬਾ ਜੀ ਨੇ, ਨਾਲ ਇਹ ਮੰਗਲ ਪੜ੍ਹਦੇ ਨਾਲ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਨ। ਲੀ ਆਵਾਜ਼ ਬੁੱਢਾ ਮੁਖ ਬੋਲਾ। ਅਦਬ ਸਹਿਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਲੈ ਕੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ। ਸੂਈ ਮਹੱਲਾ ਪੰਜਵਾਂ। ਸੰਤਾਂ ਕੀ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸਭ ਤੋਂ ਪ੍ਰਥਮ ਹੁਕਮਨਾਮਾ ਕੁੱਲ ਕਾਇਨਾਤ ਦੇ ਜੀਵਾਂ ਦੇ ਭਲੇ ਵਾਸਤੇ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ, ਤੇ ਇਹ ਹੁਕਮਨਾਮਾ ਗੁਰਦੇਵ ਨੇ ਬਖਸ਼ਿਆ। ਸੂਹੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਉਚਾਰਿਆ ਹੋਇਆ। ਸੰਤਾਂ ਕੇ ਕਾਰਜ ਆਪ ਖਲੋਇਆ। ਇੱਥੇ ਸੰਤ ਕਿਹਨਾਂ ਨੂੰ ਕਿਹਾ? ਵੱਡਿਆਂ ਸਤਿਗੁਰਾਂ ਨੂੰ। ਪੰਜਵੇਂ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਵੱਲ ਧਿਆਨ ਕਰਕੇ ਸੰਤਾਂ ਸ਼ਬਦ ਸੰਬੋਧਨ ਕਰ ਰਹੇ ਨੇ, ਕਿਉਂਕਿ ਇਹ ਕਾਰਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਹੈ, ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋਈ, ਇਹ ਕਾਰਜ ਗੁਰੂਦੇਵ ਦੇ ਸਨ। ਕਹਿੰਦੇ ਮਹਾਂਪੁਰਖਾਂ ਦੇ ਸੰਤਾਂ ਦੇ ਇਸ ਕਾਰਜ ਵਿੱਚ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਸੀ, ਖੁਦ ਨਿਰੰਕਾਰ ਜੀ ਆਪ ਆਏ, ਜਿੱਥੇ ਹਰ ਕੀ ਪੌੜੀ ਇਸ ਜਗ੍ਹਾ ਤੇ ਖਲੋ ਕੇ ਸੇਵਾ ਕਰ ਰਹੇ ਸੀ, ਔਰ ਨਕਸ਼ਾ ਆਪ ਦੱਸਿਆ ਵੀ ਇਉਂ ਦਰਬਾਰ ਸਾਹਿਬ ਬਣਾਉਣਾ ਹੈ, ਏਦਾਂ ਰਚਨਾ ਕਰਨੀ ਹੈ। ਕਹਿੰਦੇ ਆਪ ਹਰੀ ਅਕਾਲ ਪੁਰਖ ਜੀ ਸੰਤਾਂ ਦੇ ਕਾਰਜ ਵਿੱਚ ਖਲੋਏ ਔਰ ਆਪ ਆ ਕੇ ਕੰਮ ਕਰਾਉਣ ਲਈ ਪਹੁੰਚੇ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧਰਤ ਸੁਹਾਵੀ, ਕਹਿੰਦੇ ਧਰਤ ਸੁਹਾਵਣੀ ਹੈ, ਇਹ ਧਰਤੀ ਸੁਹਾਵਣੀ ਹੈ। ਫਿਰ ਇਹਦੇ ਵਿੱਚ ਜਿਹੜਾ ਤਾਲ ਹੈ ਅੰਮ੍ਰਿਤਸਰ ਸਰੋਵਰ, ਇਹ ਵੀ ਸੁਹਾਵਣਾ ਹੈ। ਫਿਰ ਇਹਦੇ ਵਿੱਚ ਜਿਹੜਾ ਅੰਮ੍ਰਿਤ ਜਲ ਛਾਇਆ ਹੋਇਆ, ਕਹਿੰਦੇ ਉਹ ਹੋਰ ਮਹਾਨ ਹੈ, ਹੋਰ ਪਵਿੱਤਰ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਕੀਤਾ, ਉਹ ਕਹਿੰਦਾ ਪੂਰਾ ਸੰਸਾਰ, ਉਦਾਹਰਣ ਦਿੰਦਾ, ਪੁਰਾਣੇ ਸਮੇਂ ਮਾਈਆਂ ਬੀਬੀਆਂ ਦੇ ਕੋਲ ਸ਼ਿੰਗਾਰ ਵਾਲੇ ਡੱਬੇ ਹੁੰਦੇ, ਡੱਬੇ ਦੇ ਵਿੱਚ ਅੱਗੇ ਡੱਬਾ ਹੁੰਦਾ। ਉਹ ਕਹਿੰਦਾ ਇੱਕ ਸੋਨੇ ਦਾ ਡੱਬਾ ਹੋਵੇ, ਉਹਦੇ 'ਚ ਦੂਸਰਾ ਸੋਨੇ ਦਾ ਡੱਬਾ, ਫਿਰ ਉਹਦੇ 'ਚ ਤੀਸਰਾ ਸੋਨੇ ਦਾ ਡੱਬਾ, ਫਿਰ ਚੌਥਾ, ਫਿਰ ਪੰਜਵਾਂ। ਪੰਜਵੇਂ ਦੇ ਵਿੱਚ ਕਹਿੰਦੇ ਅੱਗੇ ਹੀਰਾ ਪਿਆ ਹੋਇਆ।
ਕਹਿੰਦੇ ਇਦਾਂ ਪੂਰਾ ਸੰਸਾਰ, ਪੂਰਾ ਬ੍ਰਹਿਮੰਡ ਇੱਕ ਸੋਨੇ ਦਾ ਡੱਬਾ ਹੈ, ਪੂਰਾ ਵਿਸ਼ਵ। ਹੁਣ ਇਸ ਪੂਰੇ ਬ੍ਰਹਿਮੰਡ ਵਿੱਚ ਸਭ ਤੋਂ ਉੱਤਮ ਧਰਤੀ, ਉੱਤਮ ਖੰਡ ਭਾਰਤ ਖੰਡ ਹੈ, ਜਿਹੜੇ ਰਿਸ਼ੀ ਮੁਨੀਆਂ, ਪੀਰਾਂ, ਪੈਗੰਬਰਾਂ, ਮਹਾਂਪੁਰਖਾਂ ਦੀ ਧਰਤੀ ਹੈ। ਭਾਰਤ ਖੰਡ ਉੱਤਮ ਹੈ। ਇਹ ਦੂਜਾ ਸੋਨੇ ਦਾ ਡੱਬਾ ਹੈ। ਭਾਰਤ ਖੰਡ ਵਿੱਚ ਤੀਜਾ ਸੋਨੇ ਦਾ ਡੱਬਾ ਹੈ ਪੰਜਾਬ, ਜਿਹੜਾ ਇਹ ਪਾਵਨ ਧਰਤੀ ਪੰਜਾਬ ਦੀ, ਜਿਹੜੀ ਵਸਦੀ ਗੁਰਾਂ ਦੇ ਨਾਂ ਤੇ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹ ਤੀਸਰਾ ਸੋਨੇ ਦਾ ਡੱਬਾ ਹੈ। ਤੇ ਪੰਜਾਬ ਦੀ ਧਰਤੀ ਤੇ ਸਭ ਤੋਂ ਉੱਤਮ ਸ਼ਹਿਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਵਸਾਈ ਨਗਰੀ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਇਹ ਚੌਥਾ ਸੋਨੇ ਦਾ ਡੱਬਾ ਹੈ। ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਮਹਾਨ ਪਵਿੱਤਰ ਸਥਾਨ ਪੂਰੇ ਸੰਸਾਰ ਭਰ ਵਿੱਚ ਜੇ ਕੋਈ ਹੈ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਪੰਜਵਾਂ ਸੋਨੇ ਦਾ ਡੱਬਾ ਹੈ। ਸਤਿ ਸ੍ਰੀ ਅਕਾਲ। ਔਰ ਉਸ ਪੰਜਵੇਂ ਸੋਨੇ ਦੇ ਡੱਬੇ ਵਿੱਚ ਕੀਮਤੀ ਹੀਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਪ੍ਰਕਾਸ਼ਮਾਨ ਕਰ ਦਿੱਤਾ ਹੈ। ਸੋ ਐਸਾ ਇਹ ਮਹਾਨ ਪਵਿੱਤਰ ਸਥਾਨ, ਧਰਤ ਸੁਹਾਵੀ, ਧਰਤੀ ਸੁਹਾਵਣੀ ਹੈ, ਤਾਲ ਸੁਹਾਵਾ ਏ, ਤਾਲ ਸੋਹਣਾ, ਇਹਦੇ ਵਿੱਚ ਜਿਹੜਾ ਅੰਮ੍ਰਿਤ ਜਲ ਛਾਇਆ ਹੋਇਆ ਇਹ ਵੀ ਸੁਹਾਵਣਾ। ਇੱਕ ਇੱਕ ਅੰਮ੍ਰਿਤ ਦੀ ਬੂੰਦ ਗੁਰੂ ਖਾਲਸਾ ਜੀ ਮਹਾਰਾਜ ਜੀ ਦੀ ਦਇਆ ਦੇ ਨਾਲ ਪਵਿੱਤਰ ਹੈ, ਅੰਮ੍ਰਿਤ ਰੂਪ ਹੈ, ਤਦੇ ਅੰਮ੍ਰਿਤ ਸਰ ਕਿਹਾ। ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਕੁੰਟ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਐਸਾ ਇਹ ਮਹਾਨ ਤਾਲ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਅੰਮ੍ਰਿਤ ਜਲ ਛਾਇਆ ਹੋਇਆ ਸੰਪੂਰਨ ਤਾਲ ਵਿੱਚ, ਕਹਿੰਦੇ ਪੂਰਨ ਸਾਜ ਵਾਹਿਗੁਰੂ ਪਰਮੇਸ਼ਰ ਨੇ ਕਰ ਦਿੱਤਾ, ਰਚਾ ਦਿੱਤਾ ਹੈ। ਔਰ ਇੱਥੇ ਆਉਣ ਵਾਲਿਆਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ। ਸ਼ੁਭ ਮਨੋਰਥ ਸਭ ਦੇ ਸੰਪੂਰਨ ਹੋ ਜਾਂਦੇ ਹਨ। ਕਹਿੰਦੇ ਇਉਂ ਇਹ ਮਹਾਨ ਪਵਿੱਤਰ ਹੈ। ਜੈ ਜੈਕਾਰ ਭਇਆ ਜਗ ਅੰਤਰ, ਲਾਤੇ ਸਗਲ ਵਿਸੂਰੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜੈ ਜੈਕਾਰ ਸਾਰੇ ਜਗਤ ਦੇ ਵਿੱਚ ਹੈ। ਜਿਹੜਾ ਜਿਹੜਾ ਵੀ ਸੁਣਦਾ ਹੈ ਦਰਬਾਰ ਸਾਹਿਬ ਦੀ ਮਹਿਮਾ ਨੂੰ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਵਡਿਆਈ ਨੂੰ, ਕਹਿੰਦੇ ਸੁਣਦਿਆਂ ਉਹਨਾਂ ਦੇ ਸਾਰੇ ਹੀ ਝੋਰੇ ਲੱਥ ਜਾਂਦੇ ਨੇ। ਲਾਥੇ ਸਗਲ ਵਿਸੂਰੇ, ਵਿਸੂਰੇ ਕਹਿੰਦੇ ਨੇ ਝੋਰਿਆਂ ਨੂੰ। ਕਹਿੰਦੇ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰੀਏ ਸਾਰੇ ਹੀ ਝੋਰੇ ਮਿਟ ਜਾਂਦੇ ਐ, ਸਾਰੇ ਝੋਰੇ ਲੱਥ ਜਾਂਦੇ, ਨਿਰਵਿਰਤ ਹੋ ਜਾਂਦੇ ਹਨ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਉਹ ਪੂਰਨ ਪੁਰਖ ਜੋ ਸਰਬ ਸਮਸਤ ਥਾਵਾਂ ਤੇ ਪਰਿਪੂਰਨ ਹੈ, ਅਚੁੱਤ ਨਾ ਡਿੱਗਣ ਵਾਲਾ, ਬਿਨਾਸੀ ਵਿਨਾਸ਼ ਤੋਂ ਰਹਿਤ ਰੱਬ ਹੈ, ਉਹ ਇੱਥੇ ਬਿਰਾਜਮਾਨ ਹੈ, ਜਿਸ ਦਾ ਜਸ ਵੇਦਾਂ ਤੇ ਪੁਰਾਣਾਂ ਦੇ ਵਿੱਚ ਵੀ ਗਾਇਆ ਗਿਆ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਕਹਿੰਦੇ ਮੇਰੇ ਪਰਮੇਸ਼ਰ ਨੇ ਆਪਣਾ ਬਿਰਦ ਆਪ ਹੀ ਰੱਖਿਆ, ਇਹ ਸੇਵਾ ਸਾਰੀ ਆਪ ਹੀ ਕੀਤੀ ਕਰਾਈ ਹੈ। ਔਰ ਮੇਰੀ ਲਾਜ ਰੱਖ ਲਈ। ਕਹਿੰਦੇ ਮੈਂ ਤਾਂ ਨਾਮ ਹੀ ਧਿਆਇਆ ਉਹਦਾ, ਬਾਕੀ ਸਾਰਾ ਬਿਰਦ ਮੇਰੇ ਵਾਹਿਗੁਰੂ ਨੇ, ਪਰਮੇਸ਼ਰ ਨੇ ਆਪ ਹੀ ਰੱਖਿਆ ਹੈ। ਚੌਪਈ ਸੁਨ ਸਭੋਂ ਤਬ ਸੀਸ ਨਿਵਾਇਓ। ਜਦੋਂ ਹੁਕਮਨਾਮੇ ਦੇ ਚਾਰੇ ਬੰਦ ਸੰਪੂਰਨ ਹੋਏ, ਸਾਰੀ ਸੰਗਤ ਨੇ ਸੁਣੇ, ਸੁਣ ਕੇ ਸੀਸ ਝੁਕਾਇਆ। ਖਾਲਸਾ ਜੀ ਮਰਿਆਦਾ ਹੈ, ਜਦੋਂ ਹੁਕਮਨਾਮਾ ਹੋਵੇ, ਹੁਕਮਨਾਮਾ ਸੰਪੂਰਨ ਹੋਵੇ, ਉਦੋਂ ਸ਼ਬਦ ਦੀ ਸਮਾਪਤੀ ਵੇਲੇ ਸਾਰੀ ਸੰਗਤ ਸੀਸ ਝੁਕਾਵੇ। ਇਸੇ ਕਰਕੇ ਦੋ ਵਾਰੀ ਪੰਕਤੀਆਂ ਪੜ੍ਹੀਆਂ ਜਾਂਦੀਆਂ ਅਖੀਰ ਦੀਆਂ। ਕਿਉਂ ਪੜ੍ਹੀਆਂ ਜਾਂਦੀਆਂ? ਵੀ ਸੰਕੇਤ ਹੋ ਜੇ ਵੀ ਸ਼ਬਦ ਸੰਪੂਰਨ ਹੋਣ ਲੱਗਾ। ਤੋ ਇਹ ਮਰਜ਼ਾਦਾ ਹੈ। ਜਦੋਂ ਸ਼ਬਦ ਭੋਗ, ਜਦੋਂ ਰਹਿਤਨਾਮਿਆਂ ਵਿੱਚ ਵੀ ਬਚਨ ਆਉਂਦੇ ਆ ਕਿ ਜਦੋਂ ਸ਼ਬਦ ਦਾ ਭੋਗ ਪਵੇ ਉਦੋਂ ਸੀਸ ਝੁਕਾ ਕੇ ਨਮਸਕਾਰ ਕਰੇ। ਜਿੰਨੀ ਸੰਗਤ ਬੈਠੀ ਸੀ ਸਭ ਨੇ ਪ੍ਰੇਮ ਸਹਿਤ ਸੀਸ ਝੁਕਾਇਆ। ਇੱਕ ਹੋਰ ਬੇਨਤੀ ਗੁਰੂ ਖਾਲਸਾ ਜੀ, ਜਦੋਂ ਹੁਕਮਨਾਮਾ ਗ੍ਰੰਥੀ ਸਿੰਘ ਜੀ ਲੈਂਦੇ ਹਨ
ਜਿਤਨੀ ਸੰਗਤ ਹੋਵੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਵੀ ਪ੍ਰੇਮ ਸਹਿਤ ਸਰਵਣ ਕਰਨ। ਕਈਆਂ ਦੀ ਆਦਤ ਬਣ ਗਈ ਹੈ, ਸੁਭਾਅ ਬਣ ਗਿਆ, ਕਈ ਸ਼ਬਦ ਕਿਉਂਕਿ ਹੁਕਮਨਾਮੇ ਜਦੋਂ ਬਾਰੰਬਾਰ ਸਰਵਣ ਕਰਦੇ ਹਾਂ ਤੇ ਕਈਆਂ ਨੂੰ ਹੁਕਮਨਾਮੇ ਜ਼ੁਬਾਨੀ ਚੇਤੇ ਹੋ ਜਾਂਦੇ, ਯਾਦ ਹੋ ਜਾਂਦੇ, ਤੋ ਗ੍ਰੰਥੀ ਸਿੰਘ ਦੇ ਨਾਲ ਹੀ ਪੜ੍ਹਨਾ ਸ਼ੁਰੂ ਕਰ ਦਿੰਦੇ। ਇਹ ਡਿਊਟੀ ਗ੍ਰੰਥੀ ਸਿੰਘ ਜੀ ਉਸ ਵੇਲੇ ਸੁਣਾ ਰਹੇ ਨੇ, ਉਦੋਂ ਸੁਣੋ ਜਦੋਂ ਤੁਹਾਨੂੰ ਪੜ੍ਹਨ ਨੂੰ ਚਿੱਤ ਕਰੇ ਤੁਸੀਂ ਪੜ੍ਹ ਲਓ, ਪੋਥੀ ਦਾ ਪ੍ਰਕਾਸ਼ ਕਰਕੇ, ਕਿਹਨੇ ਰੋਕਿਆ? ਪਰ ਕੋਈ ਮਰਿਆਦਾ ਤਾਂ ਹੋਵੇ, ਸੰਵਿਧਾਨ ਤਾਂ ਹੋਵੇ ਕਿ ਜਦੋਂ ਹੁਕਮਨਾਮਾ ਗ੍ਰੰਥੀ ਸਿੰਘ ਜੀ ਸੁਣਾ ਰਹੇ ਨੇ ਉਦੋਂ ਸੰਗਤ ਬਹਿ ਕੇ ਸਰਵਣ ਕਰੇ, ਨਾਲ ਨਾ ਪੜ੍ਹੇ। ਤੋ ਇਸ ਪ੍ਰਕਾਰ ਇਹ ਮਰਿਆਦਾ ਸਾਰੇ ਪੰਥ ਦੇ ਵਿੱਚ ਗੁਰਦੇਵ ਨੇ ਚਲਾਈ, ਮਹਾਰਾਜ ਜੀ ਆਪ ਇੱਥੇ ਚਲਾ ਰਹੇ ਨੇ। ਕਹਿੰਦੇ ਸੁਣ ਕੇ ਸਾਰੀ ਸੰਗਤ ਨੇ ਹੁਕਮਨਾਮਾ ਸੀਸ ਦਬਾਇਆ ਹੈ। ਦੀਨ ਬੰਧੂ ਪ੍ਰਭ 3 ਲੱਖ ਪਾਇਓ, ਦੀਨਾ ਬੰਧੂ ਪ੍ਰਭੂ ਨੂੰ ਤਿਨਾਂ ਨੇ ਲਖਿਆ ਜਾਣਿਆ। ਸ਼੍ਰੀ ਗੁਰ ਕਰਤੇ ਚਮਰ ਫਿਰੰਤਾ, ਕਹਿੰਦੇ ਜਦੋਂ ਬਾਬਾ ਜੀ ਪ੍ਰਕਾਸ਼ ਕਰ ਰਹੇ ਸੀ ਨਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹੱਥ 'ਚ ਚਵਰ ਸਾਹਿਬ ਹੈ, ਮਹਾਰਾਜ ਜੀ ਆਪ ਚਵਰ ਸਾਹਿਬ ਚਲਾ ਰਹੇ ਨੇ। ਪੰਜਵੇਂ ਪਾਤਸ਼ਾਹ ਚਵਰ ਸਾਹਿਬ ਚਲਾ ਰਹੇ ਨੇ। ਬੁੱਢਾ ਜਪਜੀ ਪਾਠ ਕਰੰਤਾ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲੈ ਕੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਸੰਪੂਰਨ। ਹੁਕਮਨਾਮਾ ਲਿਆ, ਹੁਕਮਨਾਮੇ ਤੋਂ ਬਾਅਦ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ। ਸੰਗਤ ਧੰਨ ਧੰਨ ਸੁਨ ਕਹੇ, ਜਿੰਨੀ ਸੰਗਤ ਸੁਣ ਰਹੀ ਹੈ ਸਭ ਕਹਿ ਰਹੇ ਨੇ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ। ਅਧਿਕ ਆਨੰਦ ਪ੍ਰੇਮ ਤੇ ਲਹੇ, ਬੜਾ ਆਨੰਦ ਵਰਤ ਰਿਹਾ, ਗੁਰਬਾਣੀ ਨੂੰ ਪ੍ਰੇਮ ਸਹਿਤ ਸੁਣਦੇ ਹਨ। ਜਪਜੀ ਭੋਗ ਪਾਏ ਜੈਕਾਰਾ, ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਭੋਗ ਪਾਇਆ, ਸਮਾਪਤੀ ਕੀਤੀ ਹੈ। ਸੀਸ ਨਿਵਾਵਤ ਸਭਨੀ ਉਚਾਰਾ, ਸਾਰਿਆਂ ਨੇ ਜਪਜੀ ਸਾਹਿਬ ਦੀਆਂ ਅਖੀਰਲੀਆਂ ਪੰਕਤੀਆਂ ਸੁਣ ਕੇ ਸੀਸ ਦਬਾਇਆ। ਅਤ ਆਨੰਦ ਸ਼੍ਰੀ ਅਰਜਨ ਨਾਥ, ਧੰਨ ਗੁਰੂ ਅਰਜਨ ਦੇਵ ਸਾਹਿਬ ਬੜੇ ਹੀ ਆਨੰਦ ਵਿੱਚ ਨੇ, ਨੇਤਰਾਂ ਵਿੱਚ ਮਸਤੀ ਹੈ, ਚਿਹਰੇ ਤੇ ਕ੍ਰਾਂਤੀ ਹੈ ਔਰ ਮੁਖ ਮੰਡਲ ਦੇ ਵਿੱਚ ਗੁਰਦੇਵ ਦੇ ਅੰਮ੍ਰਿਤ ਬਾਣੀ ਦਾ ਜਾਪ ਹੈ। ਭਈ ਕਿਰਤਾਰਥ ਮਾਨ ਸਨਾਤ, ਔਰ ਹਜ਼ਾਰਾਂ ਜੀਵ ਸਨਾਥ ਹੋ ਗਏ ਨੇ। ਅੱਜ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਲੱਖਾਂ ਕਰੋੜਾਂ ਜੀਵਾਂ ਨੂੰ ਸਨਾਥ ਕਰ ਦਿੱਤਾ ਗੁਰਬਾਣੀ ਦਾ ਪ੍ਰਕਾਸ਼ ਕਰਕੇ। ਅਧਿਕ ਪ੍ਰੇਮ ਤੇ ਗਦ ਗਦ ਹੋਏ, ਪ੍ਰੇਮ ਸਹਿਤ ਮਹਾਰਾਜ ਜੀ ਦਾ ਹਿਰਦਾ ਗਦ ਗਦ, ਕੰਠ ਗਦ ਗਦ ਹੋ ਗਿਆ। ਗੁਣ ਗਨ ਸ਼੍ਰੀ ਪਰਮੇਸ਼ਰ ਜੋਏ, ਇਹ ਸਾਰੇ ਗੁਣ ਪਾਰ ਬ੍ਰਹਮ ਪਰਮੇਸ਼ਰ ਦੇ ਜੋਏ ਵੇਖੇ ਹਨ। ਹਰ ਮੰਦਰ ਤੇ ਨਿਕਸ ਅਗਾਰੀ, ਇਉਂ ਪ੍ਰਕਾਸ਼ ਕਰਨ ਤੋਂ ਬਾਅਦ ਦਰਬਾਰ ਦੀਵਾਨ ਦੀ ਸਮਾਪਤੀ ਹੋਈ। ਮਹਾਰਾਜ ਜੀ ਦਰਬਾਰ ਸਾਹਿਬ ਚੋਂ ਬਾਹਰ ਆਏ ਹਨ। ਹਰ ਕੀਰਤ ਬਹੁ ਭਾਂਤੀ ਉਚਾਰੀ, ਹਰੀ ਕੀਰਤੀ ਮਹਾਰਾਜ ਜੀ ਨੇ ਆਪ ਉਚਾਰਨ ਕੀਤੀ ਆਪਣੇ ਮੁਖੋਂ। ਸੇਜਾ ਸ਼ੀਸ਼ ਬੈਕੁੰਠ ਮਹਾਨਾ, ਆਹਾ ਕਹਿੰਦੇ ਸੱਚਖੰਡ ਦਾ ਪਾਵਨ ਦਰਬਾਰ ਹੈ। ਇਸ ਪਾਵਨ ਦਰਬਾਰ ਵਿੱਚ ਅਕਾਲ ਪੁਰਖ ਜੀ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਬਿਰਾਜਮਾਨ ਹੋ ਰਹੇ ਨੇ। ਇਹ ਗੁਰਬਾਣੀ ਪਰਮੇਸ਼ਰ ਹੈ, ਗੁਰੂ ਖਾਲਸਾ ਜੀ ਪਰਮੇਸ਼ਰ ਨੇ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਅੱਜ ਦਰਸ਼ਨ ਦਿੱਤੇ ਹਨ। ਬ੍ਰਹਮ ਲੋਕ ਸ਼ਿਵ ਲੋਕ ਸਥਾਨਾ, ਬ੍ਰਹਮ ਲੋਕ ਸ਼ਿਵ ਲੋਕ ਜਿਤਨੀਆਂ ਪਵਿੱਤਰ ਜਗੀਆਂ ਪੁਰੀਆਂ ਹਨ। ਸਵੇਤ ਦੀਪ ਤਜ ਲੋਕਾ ਲੋਕ, ਕਹਿੰਦੇ ਉਹਨਾਂ ਵਿੱਚੋਂ ਵੀ ਲੋਕਾਂ ਵਿੱਚੋਂ ਦੇਵੀ ਦੇਵਤੇ ਸਭ ਉਤਰੇ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ। ਪੂਰੀ ਅਯੁੱਧਿਆ ਆਦਿ ਅਸ਼ੋਕ, ਕਹਿੰਦੇ ਜਿਵੇਂ ਅਯੁੱਧਿਆ ਪੁਰੀ ਕਹਿੰਦੇ ਅਸ਼ੋਕ ਹੋ ਗਈ, ਭਗਵਾਨ ਰਾਮਚੰਦਰ ਜੀ ਜਦੋਂ ਵਸਦੇ ਸੀ ਨਾ ਕਹਿੰਦੇ ਸਾਰੀ ਨਗਰੀ ਸ਼ੋਕ ਰਹਿਤ ਹੋ ਗਈ ਸੀ। ਪੁਨ ਦਵਾਰਿਕਾ ਆਦਿਕ ਥਾਨ, ਫਿਰ ਦਵਾਰਕਾ ਆਦਿਕ ਜਿਹੜੇ ਸਥਾਨ ਭਗਵਾਨ ਕ੍ਰਿਸ਼ਨ ਜੀ ਕਰਕੇ ਪਵਿੱਤਰ ਹੋਏ। ਸਭ ਕੋ ਤਜ ਕਰ ਸ਼੍ਰੀ ਭਗਵਾਨ, ਕਹਿੰਦੇ ਅਯੁੱਧਿਆ ਵਿੱਚੋਂ ਭਗਵਾਨ ਰਾਮਚੰਦਰ ਜੀ ਚਲੇ ਗਏ, ਦਵਾਰਕਾ ਵਿੱਚੋਂ ਭਗਵਾਨ ਕ੍ਰਿਸ਼ਨ ਜੀ ਚਲੇ ਗਏ। ਸ਼੍ਰੀ ਗੁਰੂ ਰਾਮਦਾਸ ਦਰਬਾਰਾ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਦਰਬਾਰ ਹੈ। ਸਤਿਗੁਰੂ ਜੀ ਇੱਥੇ ਆਏ ਔਰ ਸਦਾ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ। ਸਤਿ ਸ੍ਰੀ ਅਕਾਲ।
ਆਨ ਬਸੀ ਇਸ ਥਾਨ ਉਦਾਰਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਇਸ ਸਥਾਨ ਤੇ ਸदैवी ਕਾਲ ਲਈ ਆ ਕੇ ਨਿਵਾਸ ਕਰ ਰਹੇ ਨੇ। ਕਲੀ ਕਾਲ ਮੈਂ ਇਸੀ ਸਮਾਨ। ਕਲਯੁਗ ਦੇ ਇਸ ਸਮੇਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮਾਨ ਨਾਇ ਨ ਆਨ ਸਥਾਨ ਮਹਾਨ। ਹੋਰ ਕੋਈ ਅਸਥਾਨ ਨਹੀਂ, ਹੋਰ ਕੋਈ ਜਗ੍ਹਾ ਨਹੀਂ ਹੈ। ਤੀਨ ਲੋਕਪਤੀ ਜਹਾਂ ਬਿਰਾਜੇ। ਉੱਤਮ ਕਿਉਂ ਨਾ ਹੋਵੇ ਅਸਥਾਨ, ਤਿੰਨਾਂ ਲੋਕਾਂ ਦੇ ਪਤੀ ਜਿੱਥੇ ਆਪ ਬਿਰਾਜਮਾਨ ਹੋਣ। ਭਲਾ ਦੱਸੋ ਉਸ ਸਥਾਨ ਤੋਂ ਪਵਿੱਤਰ ਸਥਾਨ ਕਿਹੜਾ ਹੋ ਸਕਦਾ ਹੈ, ਜਿੱਥੇ ਤ੍ਰਿਲੋਕੀਨਾਥ ਤਿੰਨਾਂ ਲੋਕਾਂ ਦੇ ਪਤੀ ਆਪ ਬਿਰਾਜਮਾਨ ਹਨ। ਭੋਗਵਤੀ ਸੁਰਪੁਰ ਪਿਖ ਲਾਜੇ। ਕਹਿੰਦੇ ਜਿਹੜੀ ਭੋਗਵਤੀ ਯਾਨੀ ਕਿ ਸਵਰਗਪੁਰੀ ਹੈ, ਉਹ ਸਵਰਗਪੁਰੀ ਦੇ ਜਿਹੜੇ ਦੇਵਤੇ ਨੇ ਉਹ ਵੀ ਲਜਾਏਮਾਨ ਹੁੰਦੇ ਕਿ ਸਾਡੀ ਸਵਰਗਪੁਰੀ ਵਿੱਚ ਵੀ ਇਤਨਾ ਆਨੰਦ ਨਹੀਂ ਜਿਤਨਾ ਆਨੰਦ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ 'ਚ ਵਰਤ ਰਿਹਾ ਹੈ। ਹਾਂਜੀ, ਸਭ ਸਥਾਨ ਕੀ ਸ਼੍ਰੀ ਚੱਲ ਆਈ। ਪੂਰੇ ਸੰਸਾਰ ਭਰ ਦੀ ਜਿਤਨੀ ਸ਼੍ਰੀ ਹੈ, ਸ਼੍ਰੀ ਨਾਮ ਹੁੰਦਾ ਮਾਇਆ ਦਾ, ਲక్ష్ਮੀ ਦਾ, ਉਹ ਸਾਰੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਆ ਗਈ ਹੈ। ਆਨ ਵਸੀ ਸ਼੍ਰੀ ਗੁਰ ਸ਼ਰਨਾਈ। ਧੰਨ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ 'ਚ ਆ ਕੇ ਵਸ ਗਈ ਹੈ। ਤਨ ਤਨ ਸ਼੍ਰੀ ਗੁਰ ਦਰਬਾਰਾ। ਧਨ ਹੈ ਸਤਿਗੁਰਾਂ ਦਾ ਇਹ ਪਵਿੱਤਰ ਦਰਬਾਰ। ਪਈਤ ਜਹਾਂ ਪਦਾਰਥ ਚਾਰਾ। ਜਿੱਥੇ ਧਰਮ, ਅਰਥ, ਕਾਮ, ਮੋਕਸ਼ ਚਾਰੋਂ ਦੇ ਚਾਰੋਂ ਪਦਾਰਥ ਪ੍ਰਾਪਤ ਹੁੰਦੇ ਹਨ। ਕਿਮ ਉਤਸ਼ਾਹਤ ਦਿਵਸ ਬਿਤਾਇਓ। ਏਦਾਂ ਉਤਸ਼ਾਹ ਕਰਦਿਆਂ ਭਾਦਰੋਂ ਸੁਦੀ ਏਕਮ ਵਾਲਾ ਦਿਨ ਬਤੀਤ ਕੀਤਾ। ਸੰਧਿਆ ਪਾਈ ਤਰਨ ਅਸਤਾਇਓ। ਸੰਧਿਆ ਹੋਈ, ਸੂਰਜ ਛਿਪ ਗਿਆ। ਬੁੱਢੇ ਬੂਜਨ ਕੀ ਨਸ ਤਬੇ। ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਪੰਜਵੇਂ ਪਾਤਸ਼ਾਹ ਨੂੰ, ਗ੍ਰੰਥ ਰਾਏ ਕਿਤ ਨਿਸਮੈ ਅਬੇ। ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਰਾਤ ਨੂੰ ਕਿੱਥੇ ਸੁਖਾਸਨ ਕਰੀਏ, ਕਿਸ ਸਥਾਨ ਤੇ ਸੁਸ਼ੋਭਿਤ ਕਰੀਏ। ਜਹਾਂ ਆਪ ਕੀ ਆਇਸ ਹੋਏ। ਮਹਾਰਾਜ ਆਪ ਜੀ ਦੀ ਜਿਵੇਂ ਆਗਿਆ ਹੋਵੇ ਫਰਮਾਓ। ਕਰੇ ਸਿੱਖ ਮਰਿਆਦਾ ਸੋਏ। ਜਿਵੇਂ ਆਪ ਜੀ ਹੁਕਮ ਕਰੋਗੇ ਤਿਵੇਂ ਸਿੱਖ ਮਰਿਆਦਾ ਪਾਲਣਗੇ। ਸ਼੍ਰੀ ਗੁਰ ਕਿਓ ਪ੍ਰਭੂ ਦਰਬਾਰਾ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਿ ਪ੍ਰਭੂ ਦਰਬਾਰ। ਗ੍ਰੰਥ ਪਰਮੇਸ਼ਰ ਕੋ ਅਵਤਾਰਾ। ਇਹ ਪਾਵਨ ਗ੍ਰੰਥ ਪਰਮੇਸ਼ਰ ਦਾ ਅਵਤਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਦਾ ਹੀ ਪ੍ਰਤੱਖ ਰੂਪ ਹਨ। ਡੇਢ ਜਾਮ ਜਾਮਨ ਜਬ ਜਾਏ। ਹੁਕਮ ਕੀਤਾ ਜਦੋਂ ਡੇਢ ਪਹਿਰ ਰਾਤ ਬੀਤ ਜਾਵੇ। ਪਠੇ ਸੋਇਲਾ ਕੀਰਤਨ ਗਾਏ। ਕੀਰਤਨ ਸੋਹਿਲੇ ਦੀ ਪਾਵਨ ਬਾਣੀ ਦਾ ਜਾਪ ਕਰਕੇ। ਬੋਹਰੋ ਲੈ ਜਾਵੋ ਅਸਵਾਰਾ। ਸੁਖਾਸਨ ਕਰਕੇ ਪਾਵਨ ਸਵਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਚੱਲਣਾ। ਜਿਸੀ ਕੋਠਰੀ ਰਹਿਨ ਹਮਾਰਾ। ਤੇ ਗੁਰਦੁਆਰਾ ਕੋਠਾ ਸਾਹਿਬ ਜੋ ਅਕਾਲ ਤਖਤ ਸਾਹਿਬ ਤੇ ਹੈ, ਕੋਠਾ ਸਾਹਿਬ ਵਿਖੇ ਜਿੱਥੇ ਸਾਡਾ ਸਥਾਨ ਮਹਾਰਾਜ ਜੀ ਉੱਥੇ ਨਿਵਾਸ ਰੱਖਦੇ ਸੀ ਪੰਜਵੇਂ ਪਾਤਸ਼ਾਹ। ਕੋਠਾ ਸਾਹਿਬ ਦੇ ਵਿੱਚ ਪਲੰਘੇ ਤੇ ਮਹਾਰਾਜ ਜੀ ਦਾ ਸੁਖਾਸਨ ਕਰਨਾ ਰਾਤਰੀ ਨੂੰ। ਤਹਾਂ ਨਿਵਾਸ ਕਰੋ ਜੁਤਮਾਨ। ਔਰ ਸਤਕਾਰ ਸਹਿਤ, ਸਨਮਾਨ ਸਹਿਤ ਉੱਥੇ ਨਿਵਾਸ ਕਰਨਗੇ ਗੁਰੂ ਗ੍ਰੰਥ ਸਾਹਿਬ ਜੀ ਰਾਤਰੀ ਨੂੰ। ਜਾਮ ਡੇਢ ਜਾਮਨ ਰਹਿ ਆਨ। ਜਦੋਂ ਡੇਢ ਪੈਰ ਰਾਤ ਬੀਤ ਜਾਵੇ। ਸ਼੍ਰੀ ਹਰਿਮੰਦਰ ਤਬੇ ਇਸ਼ਨਾਨੋ। ਮਹਾਰਾਜ ਜੀ ਕਹਿੰਦੇ ਜਦੋਂ ਡੇਢ ਪੈਰ ਰਾਤ ਰਹਿ ਜੇ ਅੰਮ੍ਰਿਤ ਵੇਲਾ, ਉਸ ਵੇਲੇ ਫਿਰ ਦਰਬਾਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਕਰਾਉਣੀ ਜਿਹੜੀ ਹੁਣ ਤਾਂ ਹੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਰਾਤ ਨੂੰ ਜਦੋਂ ਡੇਢ ਪਹਿਰ ਰਾਤ ਬੀਤ ਜਾਏ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਕੋਠਾ ਸਾਹਿਬ ਸੁਖਾਸਨ ਕਰਨਾ। ਉਧਰੋਂ ਜਦੋਂ ਡੇਢ ਪਹਿਰ ਰਾਤ ਰਹਿ ਜੇ ਅੰਮ੍ਰਿਤ ਵੇਲਾ ਹੋਵੇ, ਤ੍ਰਿਪਹਿਰੇ ਦੀ ਚੌਂਕੀ ਤੋਂ ਪਹਿਲਾਂ ਦਰਬਾਰ ਸਾਹਿਬ ਦਾ ਇਸ਼ਨਾਨ ਹੋਵੇ। ਇਸ਼ਨਾਨ ਕਰਵਾ ਕੇ ਫਰਸ਼ ਅਨੇਕ ਪਾਂਤ ਕੇ ਠਾਨੋ। ਸੋਹਣੇ ਫਰਸ਼ ਵਿਛਾਉਣੇ ਆ, ਸੋਹਣੇ ਗਲੀਚੇ ਵਿਛਾਈ, ਸੋਹਣੇ ਚੰਦੋਏ, ਸਾਰੀ ਸੋਹਣੀ ਤਿਆਰੀ ਕਰਨੀ ਹੈ। ਦੀਪਕ ਸਦਾ ਕ੍ਰਿਤ ਕੋ ਬਾਰੋ। ਔਰ ਘਿਓ ਦਾ ਦੀਵਾ ਜੋਤ ਜਿਹੜੀ ਆ ਉਹ ਦਰਬਾਰ ਸਾਹਿਬ 'ਚ ਜਗੇ।
ਜਿਹਦੇ ਨਾਲ ਘਿਓ ਦੀ ਸੁਗੰਧੀ ਚਾਰੇ ਪਾਸੇ ਮਹਿਕੇ। ਜਾਮ ਨਿਸਾ ਜਬ ਰਹੀ ਨਿਹਾਰੋ, ਜਦੋਂ ਪਹਿਰ ਰਾਤ ਬਾਕੀ ਰਹਿ ਜਾਵੇ, ਰਾਗੀ ਆਸਾ ਵਾਰ ਸੁਗਾਵੇ। ਉਦੋਂ ਰਾਗੀ ਸਿੰਘ ਆ ਕੇ ਕੀਰਤਨ ਆਰੰਭ ਕਰਨ ਤੇ ਆਸਾ ਜੀ ਦੀ ਵਾਰ ਦੀ ਚੌਂਕੀ ਆਰੰਭ ਹੋਵੇ। ਅਨਿਕ ਰਾਗ ਕੇ ਸ਼ਬਦ ਸੁਨਾਵੇ, ਔਰ ਸੋਹਣਿਆ ਸੋਹਣਿਆ ਰਾਗਾਂ ਵਿੱਚ ਕੀਰਤਨ ਕਰਨ ਰਾਗੀ ਸਿੰਘ, ਔਰ ਕੀਰਤਨ ਸੰਗਤ ਨੂੰ ਸਰਵਣ ਕਰਾਉਣ। ਵੈ ਕਟਿਕਾ ਜਾਮਨ ਰਹਿ ਜਬੇ, ਜਦੋਂ 2 ਘੜੀਆਂ ਰਾਤ ਰਹਿ ਜਾਵੇ, ਯਾਨੀ ਕਿ ਅੰਮ੍ਰਿਤ ਵੇਲਾ 2 ਘੜੀਆਂ ਰਹਿ ਜਾਵੇ, ਨੋ ਸ਼੍ਰੀ ਗ੍ਰੰਥ ਸਾਹਿਬ ਤਬੇ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਜੋ ਹੋਣਾ, ਉੱਥੋਂ ਆਉਂਦਾ ਪਹਿਲਾਂ ਕੋਠਾ ਸਾਹਿਬ। ਕੋਠਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਦਬ ਸਹਿਤ ਸਤਕਾਰ ਸਹਿਤ ਲਿਆਂਦਾ ਜਾਵੇ। ਵਾਰ ਭੋਗ ਤੇ ਖੋਲ ਪੜੀਜੇ, ਔਰ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਕੀਤਾ ਜਾਵੇ। ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਵਿਆ ਜਾਏ। ਇਸੀ ਪ੍ਰਕਾਰ ਕਾਰ ਨਿਤ ਕੀਜੇ। ਮਹਾਰਾਜ ਜੀ ਕਹਿੰਦੇ ਕਾਰਜ ਇਸੇ ਤਰ੍ਹਾਂ ਰੋਜ਼ ਕਰਨਾ, ਇਹ ਕਿਰਿਆ ਰੋਜ਼ ਨਿਤ ਇਸੇ ਤਰ੍ਹਾਂ ਹੀ ਇਹ ਕਰਨਾ ਹੈ। ਇਮ ਕਹਿ ਸ੍ਰੀ ਗੁਰ ਬੈਠ ਰਹਾਏ, ਇਦਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ। ਚੌਂਕੀ ਸੁਨੀ ਕਾਨੜਾ ਗਾਏ। ਖਾਲਸਾ ਜੀ ਰਾਤ ਨੂੰ ਕਾਨੜੇ ਦੀ ਚੌਂਕੀ ਗਾਈ ਜਾਂਦੀ। 11 ਸ਼ਬਦ ਚੌਂਕੀਆਂ ਦਰਬਾਰ ਸਾਹਿਬ ਗਾਈਆਂ ਜਾਂਦੀਆਂ ਹਨ। ਮੁੱਖ ਰੂਪ ਚ ਹੁਣ 5 ਹੀ ਪ੍ਰਚਲਿਤ ਨੇ। ਪਹਿਲਾਂ 11 ਚੌਂਕੀਆਂ, ਰਾਤ ਨੂੰ ਕਲਿਆਣ ਦੀ ਚੌਂਕੀ ਤੋਂ ਬਾਅਦ ਫਿਰ ਕਾਨੜੇ ਦੀ ਚੌਂਕੀ। ਸੋਹਿਲਾ ਸਾਹਿਬ ਦੀ ਬਾਣੀ ਤੋਂ ਪਹਿਲਾਂ ਜਿਹੜੀ ਚੌਂਕੀ ਹੁੰਦੀ ਹੈ, ਕੀਰਤਨੀਏ ਸਿੰਘ ਉਹ ਰਾਗ ਕਾਨੜਾ ਗਾਇਨ ਕਰਦੇ ਆ। ਤੋ ਕਾਨੜੇ ਦੀ ਚੌਂਕੀ ਕਹਿੰਦੇ ਉਸ ਵੇਲੇ ਗਾਈ ਆ ਰਾਗੀ ਸਿੱਖਾਂ ਨੇ। ਬੌਰ ਸੋਹਿਲਾ ਪਟ ਕਰ ਪਾਸ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਹੈ। ਉਠ ਤਬ ਸਭ ਕੀ ਨਸਿ ਅਰਦਾਸ, ਮਹਾਰਾਜ ਜੀ ਦੇ ਸੁਖਾਸਣ ਕਰਕੇ ਫਿਰ ਅਰਦਾਸ ਕੀਤੀ ਹੈ। ਬੁੱਢੇ ਗ੍ਰੰਥ ਲੀਨ ਸਿਰ ਧਾਰੀ, ਅਰਦਾਸ ਕਰਕੇ ਚਾਲੇ ਦੀ ਅਰਦਾਸ ਕੀਤੀ, ਔਰ ਮਹਾਰਾਜ ਜੀ ਦੇ ਪਾਵਨ ਸਵਾਰੇ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਤੇ ਸਜਾਏ। ਚਵਰ ਕਰੇ ਗੁਰਵਾਰੰਗਵਾਰੀ, ਪੰਜਵੇਂ ਪਾਤਸ਼ਾਹ ਚਵਰ ਝੁਲਾ ਰਹੇ ਨੇ ਬਾਰ-ਬਾਰ। ਮਹਾਰਾਜ ਜੀ ਦੇ ਸਰੂਪ ਤੇ ਚਵਰ ਝੁਲਾ ਰਹੇ ਹਨ। ਸੰਖਨ ਕੀ ਤੁਨ ਕੀਨ ਵਿਸਾਲਾ, ਨਾਲ ਨਾਲ ਸਾਜ਼ ਵੱਜਦੇ ਜਾ ਰਹੇ ਨੇ। ਰਣ ਸਿੰਘੇ ਨਰ ਸਿੰਘੇ ਵੱਜਦੇ ਜਾ ਰਹੇ ਹਨ। ਬਾਦਿਤ ਅਪਰ ਬਜੇ ਤਿਸ ਕਾਲਾ, ਸ਼ੰਖ ਵੱਜ ਰਹੇ ਨੇ। ਕਈ ਤਰ੍ਹਾਂ ਦੇ ਸਾਜ਼ ਵੱਜੇ ਹਨ। ਰਹੇ ਕੋਠਰੀ ਮੈਂ ਗੁਰ ਸਦਾ, ਔਰ ਜਿਹੜੀ ਕੋਠੜੀ ਚ ਕੋਠਾ ਸਾਹਿਬ ਮਹਾਰਾਜ ਜੀ ਬਿਰਾਜਦੇ ਸਨ, ਗਮਨੇ ਸਦਨ ਆਪਨੇ ਕਦਾ, ਉੱਥੇ ਹੀ ਜ਼ਿਆਦਾ ਬਿਰਾਜਦੇ ਸੀ ਕੋਠਾ ਸਾਹਿਬ ਹੀ। ਕਦੇ ਕਦੇ ਮਹਿਲਾਂ 'ਚ ਜਾਂਦੇ ਸੀ ਮਹਾਰਾਜ ਗੁਰੂ ਕੇ ਮਹਿਲਾਂ 'ਚ, ਜ਼ਿਆਦਾ ਕੋਠਾ ਸਾਹਿਬ ਹੀ ਮਹਾਰਾਜ ਜੀ ਬਿਰਾਜਦੇ ਸਨ। ਤੈਂ ਸਥਾਨ ਲੈ ਕਰ ਜਬ ਗਏ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਦੋਂ ਗਏ, ਸੁਟ ਪ੍ਰਿਅੰਕ ਤਬ ਡਾ ਸਤ ਪਏ। ਬੜਾ ਸੋਹਣਾ ਪਲੰਗਾ, ਨਵਾਂ ਵਿਛੋਣਾ, ਨਵੀਂ ਵਿਛਾਈ ਉੱਤੇ ਕੀਤੀ ਗਈ ਹੈ। ਸੇਜ ਬੰਦ ਗੁੰਫੇ ਬੜ ਜ਼ਰੀ, ਉੱਤੇ ਸੋਹਣਾ ਸੇਜਾ ਬੰਦ ਲਾਇਆ। ਗੁੰਫੇ ਸਹਿਤ ਜਰੀ ਵਾਲੇ ਕਹਿੰਦੇ ਸਰਾਣੇ ਉਪਾਧਾਨ ਰੱਖੇ ਨੇ। ਸੁੰਦਰ ਫੂਲਨ ਮਾਲਾ ਧਰੀ, ਔਰ ਬੜੀ ਸੋਹਣੀ ਫੁੱਲਾਂ ਦੀ ਮਾਲਾ ਰੱਖੀ ਹੈ। ਤਾਹਾ ਨਿਵਾਸ ਗ੍ਰੰਥ ਕੋ ਕੀਨੋ, ਉਸ ਸੋਹਣੇ ਪਲੰਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਸੁਖਾਸਣ ਕੀਤਾ ਹੈ। ਸ੍ਰੀ ਗੁਰ ਭੂਤਲ ਨਿਕਟੇ ਅਸੀਨੋ, ਮਹਾਰਾਜ ਜੀ ਦਾ ਛੱਲੇ ਚਿੱਟੇ ਚਾਦਰਾ ਪਾਤਸ਼ਾਹ ਦਾ ਥੱਲੇ ਵਿਛਿਆ। ਜਿਹੜਾ ਹੁਣ ਤਾਈਂ ਕੋਠਾ ਸਾਹਿਬ ਜਾ ਕੇ ਦਰਸ਼ਨ ਕਰੋ, ਮਹਾਰਾਜ ਜੀ ਦੇ ਪਲੰਗੇ ਦੇ ਥੱਲੇ ਹੁਣ ਤਾਈਂ ਉਹ ਪਾਤਸ਼ਾਹ ਦੇ ਅਦਬ ਵਾਸਤੇ ਉਸੇ ਤਰ੍ਹਾਂ ਹੀ ਯਾਦਗਾਰੀ ਰੂਪ ਵਿੱਚ ਵਿਛਾਈ ਕੀਤੀ ਹੁੰਦੀ ਹੈ। ਤੋ ਕਹਿੰਦੇ ਮਹਾਰਾਜ ਜੀ ਨੇ ਥੱਲੇ ਕੋਈ ਦੂਜਾ ਪਲੰਗਾ ਨਹੀਂ ਲਾਇਆ, ਨਾਲ ਥੱਲੇ ਗੁਰਦੇਵ ਨੇ ਪੁੰਜਿਆਂ ਗੁਰਬਾਣੀ ਦਾ ਅਦਬ ਰੱਖਦਿਆਂ ਆਸਣ ਲਾਇਆ ਹੈ। ਕਬ ਕਬ ਸਦਨੇ ਆਪਨੇ ਜਾਏ, ਜਿਆਦਾ ਮਹਾਰਾਜ ਜੀ ਇੱਥੇ ਹੀ ਰਹਿੰਦੇ, ਕੋਠਾ ਸਾਹਿਬ ਹੀ ਰਾਤ ਨੂੰ ਬਿਰਾਜਦੇ। ਕਦੇ ਕਦੇ ਮਹਿਲਾਂ 'ਚ ਚਲੇ ਜਾਂਦੇ। ਨਾਇ ਤਰੇ ਗ੍ਰੰਥ ਕੇ ਪਾਏ, ਨਹੀਂ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਵਾਰਿਆਂ ਦੇ ਕੋਲ ਹੀ ਰਹਿੰਦੇ। ਰਾਤ ਨੂੰ ਮਹਾਰਾਜ ਜੀ ਕੋਲ ਹੀ ਹਾਜ਼ਰ ਰਹਿੰਦੇ। ਸ਼੍ਰੀ ਗ੍ਰੰਥ ਸਾਹਿਬ ਕੀ ਕਥਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਇਹ ਕਥਾ ਭਾਈ ਜਥਾ ਉਚਰੀ ਮੈਂ ਤਥਾ। ਮਹਾਕਵੀ ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਹੋਈ ਹੈ ਮੈਂ ਤਿਵੇਂ ਕਹਿ ਸੁਣਾਈ ਹੈ। ਸੁਨਤ
ਪਠਤ ਚਿਤ ਬਾਂਛਿਤ ਦਾਤਾ। ਇਸ ਕਥਾ ਨੂੰ ਸੁਣਨ ਵਾਲੇ, ਇਸ ਕਥਾ ਨੂੰ ਪੜਨ ਵਾਲਿਆਂ ਨੂੰ ਮਨ ਵਾਂਛਿਤ ਫਲਾਂ ਦੀ ਪ੍ਰਾਪਤੀ ਹੋਵੇਗੀ। ਗੁਰ ਪਗ ਰਤ ਤੇ ਆਤਮ ਗਿਆਤਾ। ਜਿਨ੍ਹਾਂ ਇਹ ਕਥਾ ਸੁਣੀ ਹੈ ਜਾਂ ਕਹੀ ਹੈ, ਉਹਨਾਂ ਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰੇਮ ਵਸੇਗਾ, ਗੁਰਬਾਣੀ ਦਾ ਅਦਬ ਤੇ ਭੈ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਤੋਂ ਲੈ ਕੇ ਪ੍ਰਕਾਸ਼ ਦੀ ਕਥਾ ਮਹਾਂਕਵੀ ਜੀ ਨੇ ਸਾਹ ਵਿਸਥਾਰ ਸਹਿਤ ਬੜੇ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਸਰਵਣ ਕਰਾਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ, ਗਰੀਬ ਨਵਾਜ਼ ਜੀ ਦੇ ਸੰਪਾਦਨ ਦੀ ਕਥਾ, ਇਤਿਹਾਸ ਦੀ ਕਥਾ ਵਰਣਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੁਰ ਕੇ ਬਾਣੀ ਆਈ, ਤੁਰ ਕੇ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੇ ਬਾਣੀ ਆਈ, ਤੁਰ ਕੇ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ। ਤਿਨ ਸਗਲੇ ਚਿੰਤ ਮਿਟਾਈ, ਤਿਨ ਸਗਲੇ ਚਿੰਤ ਮਿਟਾਈ, ਸਗਲੇ ਚਿੰਤ ਮਿਟਾਈ, ਤਿਨ ਸਗਲੇ ਚਿੰਤ ਮਿਟਾਈ, ਤਿਨ ਸਗਲੇ ਚਿੰਤ ਮਿਟਾਈ, ਤਿਨ ਸਗਲੇ ਚਿੰਤ ਮਿਟਾਈ, ਸਗਲੇ ਚਿੰਤ ਮਿਟਾਈ, ਤਿਨ ਸਗਲੇ ਚਿੰਤ ਮਿਟਾਈ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, हे पूਰਨ हे ਸਰਬ ਮੈਂ ਦੁਖ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, हे ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ। ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ। ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।